चर्चा। सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हाँ। 2022 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਪੰਜਾਬ ਵਿੱਚ ਹੋਈਆਂ ਸੀਗਾ ਤਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਕਰਕੇ ਵੋਟਾਂ ਪਾਈਆਂ ਸੀ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਦੀਆਂ ਸੇਵਾਵਾਂ ਦੇਵਾਂਗੇ, ਨਾਲ ਨਾਲ ਵਧੀਆ ਐਜੂਕੇਸ਼ਨ ਵੀ ਦੇਵਾਂਗੇ ਤਾਂ ਜੋ ਪੰਜਾਬ ਦੇ ਬੱਚੇ ਤੇ ਨੌਜਵਾਨ ਵਧੀਆ ਉਚੇਰੀ ਸਿੱਖਿਆ ਤੇ ਗੁਣਵੱਤਾ ਵਾਲੀ ਜਿਹੜੀ ਐਜੂਕੇਸ਼ਨ ਲੈ ਕੇ ਚੰਗੀਆਂ ਨੌਕਰੀਆਂ ਹਾਸਲ ਕਰਨ ਜਾਂ ਹੋਰ ਉੱਚੇ ਅਹੁਦਿਆਂ ਤੇ ਜਾਣ। ਤੇ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੁਝ ਯਤਨ ਵੀ ਕੀਤੇ ਗਏ ਆ, ਜਿਨ੍ਹਾਂ ਵਿੱਚ ਐਮੀਨੈਂਸ ਸਕੂਲ ਖੋਲ੍ਹੇ ਗਏ ਆ, ਪ੍ਰਿੰਸੀਪਲਾਂ ਨੂੰ ਸਿੰਗਾਪੁਰ ਜਾਂ ਹੋਰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲੈਣ ਲਈ ਵੀ ਭੇਜਿਆ ਗਿਆ। ਤੇ ਪਿਛਲੇ ਦਿਨੀ ਇਸ ਗੱਲ ਦਾ ਵੀ ਐਲਾਨ ਕੀਤਾ ਗਿਆ ਕਿ UPSC ਦੇ ਕੇਂਦਰ ਖੋਲ੍ਹੇ ਦੀਆਂ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ ਤੇ ਇਹਦੇ ਨਾਲ ਵਿਹਾਰਕ ਅੰਗਰੇਜ਼ੀ ਸਿਖਾਉਣ ਲਈ ਕੱਲ ਬਰਤਾਨੀਆ ਕੌਂਸਲ ਨਾਲ ਵੀ ਸਮਝੌਤਾ ਕੀਤਾ ਗਿਆ। ਤੇ ਮੁੱਖ ਮੰਤਰੀ ਕਹਿੰਦੇ ਆ ਕਿ ਐਜੂਕੇਸ਼ਨ ਵਾਸਤੇ ਪੈਸੇ ਨਹੀਂ ਆਉਣ ਦਿੱਤੇ, ਮਤਲਬ ਉਹਨਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ। ਪਰ ਦੇਖਣ ਵਿੱਚ ਇਹ ਵੀ ਆਇਆ ਕਿ ਜਿਵੇਂ ਯੂਨੀਵਰਸਿਟੀਆਂ ਨੇ ਉੱਥੇ ਵੀ ਹੜਤਾਲਾਂ ਚੱਲ ਰਹੀਆਂ ਨੇ, ਹੋਰ ਬਹੁਤ ਸਾਰੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਹੜਤਾਲਾਂ ਦੇ ਉੱਤੇ ਬੈਠਣਾ ਪੈ ਰਿਹਾ, ਮੁਜ਼ਾਹਰੇ ਕਰਨੇ ਪੈ ਰਹੇ ਨੇ। ਤੇ ਦੂਜੇ ਪਾਸੇ ਕਾਂਗਰਸ ਜਾਂ ਵਿਰੋਧੀ ਧਿਰਾਂ ਜਾਂ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਰਫ ਤੇ ਸਿਰਫ ਆਪਣੇ ਫੈਸਲੇ ਕੀਤੇ ਜਾਂਦੇ ਜਾਂ ਐਲਾਨ ਕੀਤੇ ਜਾਂਦੇ ਆ, ਪਰ ਜੇ ਹਕੀਕਤ ਵਿੱਚ ਦੇਖੋ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਜਿਹੜਾ ਲੋਕਾਂ ਨੂੰ ਇਹ ਲੱਗੇ ਕਿ ਸਿੱਖਿਆ ਦੇ ਮਤਲਬ ਮਾਮਲੇ ਦੇ ਵਿੱਚ ਕੋਈ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸਾਰੇ ਮਸਲੇ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਚਰਚਾ ਕਰਨ ਲਈ ਸਾਡੇ ਵਿੱਚ ਮੌਜੂਦ ਨੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਭੀਮਿੰਦਰ ਸਿੰਘ, ਉਹ ਸਿੱਖਿਆ ਸ਼ਾਸਤਰੀ ਵੀ ਨੇ ਤੇ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਤੇ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਹੈੱਡ ਵੀ ਨੇ। ਇਹਦੇ ਨਾਲ ਨਾਲ ਸਾਡੇ ਵਿੱਚ ਮੌਜੂਦ ਨੇ ਕਾਂਗਰਸ ਦੇ ਬੁਲਾਰੇ ਜਸ਼ਨ ਚਾਹਲ ਜੀ, ਭਾਰਤੀ ਜਨਤਾ ਪਾਰਟੀ ਤੋਂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਮੌਜੂਦ ਨੇ ਤੇ ਨਾਲ ਨਾਲ ਸਾਡੇ ਵਿੱਚ ਮੇਜਰ RPS ਮਲਹੋਤਰਾ ਜੀ ਮੌਜੂਦ ਨੇ। ਉਂਝ ਕਹਿਣ ਨੂੰ ਤਾਂ ਇਹ ਮਿਲਟਰੀ ਅਫਸਰ ਨੇ, ਪਰ ਐਜੂਕੇਸ਼ਨ ਦੇ ਮਤਲਬ ਖੇਤਰ ਦੇ ਵਿੱਚ ਵੀ ਇਹਨਾਂ ਦਾ ਕਾਫੀ ਜਿਹੜਾ ਹੈਗਾ ਤਜਰਬਾ ਹੈਗਾ। ਤੇ ਨਾਲ ਸਾਡੇ ਮੌਜੂਦ ਨੇ ਗੁਰਮੀਤ ਸਿੰਘ ਭੂਮਾ, ਜਿਹੜੇ ਕਿ ਸਟੇਟ ਅਵਾਰਡੀ ਵੀ ਨੇ ਤੇ ਰਾਸ਼ਟਰਪਤੀ ਤੋਂ ਵੀ ਇਹਨਾਂ ਨੇ ਅਵਾਰਡ ਹਾਸਲ ਕੀਤਾ ਹੋਇਆ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਭੀਮਿੰਦਰ ਜੀ, ਤੁਸੀਂ ਐਜੂਕੇਸ਼ਨ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਤੇ ਸਾਹਿਤ ਦੇ ਵਿੱਚ ਵੀ ਲਿਖੀਆਂ ਨੇ ਤੇ ਨਾਲ ਨਾਲ ਤੁਸੀਂ ਪੜ੍ਹਾਉਂਦੇ ਵੀ ਹੋ। ਸਾਡੇ ਪੰਜਾਬ ਨੂੰ ਕਿਸ ਤਰ੍ਹਾਂ ਦੇ ਐਜੂਕੇਸ਼ਨ ਮਾਡਲ ਦੀ ਜ਼ਰੂਰਤ ਹੈ ਤੇ ਜੇਕਰ ਇੱਕ ਤਾਂ ਮਾਡਲ ਦੀ ਜ਼ਰੂਰਤ ਹੈ, ਜਿਹੜੇ ਭਗਵੰਤ ਮਾਨ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੇ ਨੇ? ਜੀ ਦਰਸ਼ਕ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਆਪਣੀ ਗੁਰਬਾਣੀ ਦਾ ਔਰ ਗੁਰੂ ਨਾਨਕ ਸਾਹਿਬ ਦਾ ਬਹੁਤ ਵੱਡਾ ਐਜੂਕੇਸ਼ਨ ਦਾ ਮਾਡਲ ਹੈ। ਉਹ ਮਾਡਲ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹਦਾ ਮਤਲਬ ਹੈ ਕਿ ਵਿਦਿਆ ਜਿਹੜੀ ਹੋਣੀ ਚਾਹੀਦੀ ਆ ਉਹ ਸਮਾਜ ਦੇ ਭਲੇ ਲਈ ਹੋਣੀ ਚਾਹੀਦੀ ਹੈ। ਸੁਸਾਇਟੀ ਨੂੰ ਜਿਹੜਾ ਵੀ ਬੰਦਾ ਵਿਦਿਆ ਗ੍ਰਹਿਣ ਕਰੇ ਉਹ ਇਸ ਲਈ ਨਾ ਕਰੇ ਕਿ ਮੈਂ ਸਿਰਫ ਪੈਸੇ ਹੀ ਕਮਾਉਣੇ ਹੈ, ਉਹ ਸਿਰਫ ਇਸੇ ਲਈ ਹੀ ਨਾ ਕਰੇ ਕਿ ਮੈਂ ਉੱਚੇ ਅਹੁਦੇ ਲੈਣੇ ਹੈ। ਉਹ ਸਮਾਜ ਦੀ ਸੇਵਾ ਕਰੇ, ਉਹ ਲੋਕਾਂ ਦੀ ਸੇਵਾ ਔਰ ਸਮਾਜ ਨੂੰ, ਸੁਸਾਇਟੀ ਨੂੰ, ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਉਹਦੇ ਬਾਰੇ ਸੋਚੇ। ਸੋ ਇੱਕ ਮਾਡਲ ਜਿਹੜਾ ਹੈਗਾ ਸਾਡੇ ਗੁਰੂ ਨਾਨਕ ਸਾਹਿਬ ਨੇ, ਗੁਰੂਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮਾਡਲ ਦਿੱਤਾ ਹੈ। ਸੋ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਪਹਿਲੀ ਗੱਲ ਤਾਂ। ਔਰ ਇਹਦਾ ਉਲਟ ਜਦੋਂ ਅਸੀਂ ਦੇਖਦੇ ਹਾਂ ਤਾਂ ਪਿਛਲੇ ਖਾਸ ਤੌਰ ਤੇ 20-25 ਸਾਲਾਂ ਤੋਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਮਾਡਲ ਹੈ, ਪ੍ਰਾਈਵੇਟ ਮਾਡਲ ਨੇ ਇੱਕ ਐਸਾ ਜਿਹੜਾ ਹੈਗਾ ਕੰਬਲਦੂਸਾ ਐਜੂਕੇਸ਼ਨ ਦੇ ਵਿੱਚ ਪਾਇਆ। ਐਜੂਕੇਸ਼ਨ ਦੇ ਨਾਂ ਦੇ ਉੱਤੇ ਉਹ ਇੱਕ ਬੱਚਿਆਂ ਨੂੰ ਮਸ਼ੀਨ ਬਣਾਉਣ ਲੱਗ ਗਏ। ਉਹਦੇ ਵਿੱਚ ਸਾਡੀ ਜਿਹੜੀ ਖਾਸ ਤੌਰ ਤੇ ਜੇ ਮੈਂ ਕਹਾਂ ਕਿ ਜਿਹੜੀ ਮਾਂ ਬੋਲੀ ਹੈ ਉਹ ਵਿਸਾਰ ਦਿੱਤੀ ਗਈ, ਪ੍ਰਾਈਵੇਟ ਸਕੂਲਾਂ ਚੋਂ
ਖਤਮ ਕੀਤੀ ਗਈ। ਇਸੇ ਤਰ੍ਹਾਂ ਜਿਹੜਾ ਸੋਸ਼ਲ ਸਾਇੰਸ ਹੈ ਉਹਨੂੰ ਖਤਮ ਕੀਤਾ ਗਿਆ, ਕਾਲਜਾਂ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਖਾਸ ਤੌਰ ਤੇ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ, ਨਵੀਂ ਪਾਲਿਸੀ ਆਈ ਹੈ ਗਵਰਨਮੈਂਟ ਵੱਲੋਂ 2020, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ ਉਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ਾਂ ਨੇ। ਸੋ ਜਿੰਨੀ ਦੇਰ ਐਜੂਕੇਸ਼ਨ ਔਰ ਹੈਲਥ ਦੋਵੇਂ ਚੀਜ਼ਾਂ ਸਰਕਾਰ ਦੇ ਕੰਟਰੋਲ 'ਚ ਨਹੀਂ ਹੁੰਦੀਆਂ, ਸਰਕਾਰ ਇਹਨੂੰ ਆਪਣੇ ਕੰਟਰੋਲ 'ਚ ਨਹੀਂ ਲੈਂਦੀ, ਉਨੀ ਦੇਰ ਕੋਈ ਵੀ ਸਮਾਜ, ਚਾਹੇ ਦੁਨੀਆ ਦਾ ਕੋਈ ਵੀ ਤੁਸੀਂ ਖਿੱਤਾ ਦੇਖ ਲਓ, ਚਾਹੇ ਚਾਈਨਾ ਦੇਖ ਲਓ, ਅਮਰੀਕਾ ਦੇਖ ਲਓ, ਇੰਗਲੈਂਡ ਦੇਖ ਲਓ ਜਾਂ ਯੂਰਪ ਦੇਖ ਲਓ, ਉਹਨਾਂ ਨੇ ਤਾਂ ਹੀ ਤਰੱਕੀ ਕੀਤੀ ਹੈ ਜੇਕਰ ਉਹਨਾਂ ਨੇ ਐਜੂਕੇਸ਼ਨ ਔਰ ਹੈਲਥ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਇੰਟਰਵੀਨ ਕੀਤਾ ਹੈ, ਚੰਗਾ ਇੰਫਰਾਸਟ੍ਰਕਚਰ ਲਿਆਂਦਾ ਹੈ ਔਰ ਬੱਚਿਆਂ ਨੂੰ ਮੁਫਤ ਐਜੂਕੇਸ਼ਨ ਦਿੱਤੀ ਹੈ। ਖਾਸ ਤੌਰ ਤੇ ਪ੍ਰਾਇਮਰੀ ਔਰ ਮਿਡਲ ਜੇ ਆਪਾਂ ਕਲਾਸਿਸ ਦੇਖੀਏ ਤਾਂ ਸਾਰਿਆਂ ਨੂੰ ਕੰਪਲਸਰੀ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਦਿੱਤੀ ਜਾਂਦੀ ਹੈ। ਔਰ ਸਾਡੇ ਸੰਵਿਧਾਨ ਦੇ ਵਿੱਚ ਵੀ ਜਾਂ ਸਾਡੀ ਜਿਹੜੀ ਨਵਾਂ ਜਿਹੜਾ ਕਾਨੂੰਨ ਬਣਿਆ ਹੈ ਉਹਦੇ ਵਿੱਚ ਵੀ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਅਸੀਂ 15 ਸਾਲਾਂ ਤੱਕ ਫ੍ਰੀ ਐਜੂਕੇਸ਼ਨ ਦੇਣੀ ਹੈ, ਪਰ ਜੋ ਹਾਲਾਤ ਹਕੀਕੀ ਤੌਰ ਤੇ ਨਜ਼ਰ ਆ ਰਹੇ ਨੇ ਉਹ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਇਹ ਕਹਿੰਦੀ ਹੈ ਕਿ ਅਸੀਂ ਐਜੂਕੇਸ਼ਨ ਔਰ ਹੈਲਥ ਦੇ ਵਿੱਚ ਇੰਫਰਾਸਟ੍ਰਕਚਰ ਦੇ ਤੌਰ ਤੇ ਜਾਂ ਪੈਸੇ ਦੇ ਤੌਰ ਤੇ ਹੋਰ ਅਸੀਂ ਇਸ ਨੂੰ ਐਡਵਾਂਸ ਲੈ ਕੇ ਜਾਣਾ ਹੈ ਤਾਂ ਇੱਕ ਚੰਗੀ ਗੱਲ ਹੈ, ਇੱਕ ਬਹੁਤ ਵਧੀਆ ਗੱਲ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਅਧਿਆਪਕਾਂ ਦੀਆਂ ਭਰਤੀਆਂ ਹੋਈਆਂ ਨੇ, ਇਸੇ ਤਰ੍ਹਾਂ ਦੀਆਂ ਭਰਤੀਆਂ ਕਾਲਜਾਂ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ, ਇਸੇ ਤਰ੍ਹਾਂ ਦੀਆਂ ਭਰਤੀਆਂ ਯੂਨੀਵਰਸਿਟੀ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਐਜੂਕੇਸ਼ਨ ਇਕੱਲੀ ਇਹ ਤਾਂ ਹੈ ਨਹੀਂ ਕਿ ਸਕੂਲਾਂ ਦੀ ਹੁੰਦੀ ਹੈ, ਉਹ ਹਾਇਰ ਐਜੂਕੇਸ਼ਨ ਦੀ ਵੀ ਉਨੀ ਵੈਲਿਊ ਹੁੰਦੀ ਹੈ ਜਿੰਨੀ ਕਿ ਪ੍ਰਾਇਮਰੀ ਐਜੂਕੇਸ਼ਨ ਦੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਚੰਗੀ ਸ਼ੁਰੂਆਤ ਮਾਨ ਸਰਕਾਰ ਵੱਲੋਂ ਕੀਤੀ। ਆਪਾਂ ਕਹਿ ਸਕਦੇ ਹਾਂ ਕਿ ਚਾਹੇ ਉਹ ਇੰਫਰਾਸਟ੍ਰਕਚਰ ਨੂੰ ਲੈ ਕੇ ਹੋਵੇ, ਚਾਹੇ ਉਹ ਵੱਖ-ਵੱਖ ਕੋਰਸਿਸ ਜਿਹੜੇ ਨਵੇਂ ਸ਼ੁਰੂ ਕਰ ਰਹੇ ਨੇ ਉਹਨੂੰ ਲੈ ਕੇ ਹੋਵੇ, ਚਾਹੇ IAS ਜਿਹੜੇ ਟ੍ਰੇਨਿੰਗ ਸੈਂਟਰ ਖੋਲੇ ਜਾ ਰਹੇ ਨੇ ਉਹਨੂੰ ਲੈ ਕੇ ਹੋਵੇ, ਜਾਂ ਜਿਹੜੇ ਨਵੇਂ ਸਕੂਲ ਜਿਹੜੇ ਨੇ ਉਸ ਤਰ੍ਹਾਂ ਦੇ ਉਹਨਾਂ ਦੇ ਵਿੱਚ ਨਵੇਂ ਪ੍ਰਯੋਗ ਕੀਤੇ ਜਾ ਰਹੇ ਨੇ। ਸਿੰਗਾਪੁਰ ਟੀਚਰਸ ਨੂੰ ਜਾਂ ਪ੍ਰਿੰਸੀਪਲ ਸਾਹਿਬਾਨ ਨੂੰ ਭੇਜਿਆ ਜਾ ਰਿਹਾ ਹੈ। ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ, ਇੱਕ ਚੰਗੀ ਨੀਤ ਔਰ ਨੀਤੀ ਦੀ ਨਿਸ਼ਾਨੀ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਜੇਕਰ ਇਹ ਸਰਕਾਰ ਅਗਲੇ 4 ਸਾਲ ਕਰਦੀ ਹੈ ਤਾਂ ਇਹਦੇ ਨਾਲ ਪੰਜਾਬ ਦੀ ਐਜੂਕੇਸ਼ਨ, ਜਿਵੇਂ ਤੁਹਾਡਾ ਟਾਈਟਲ ਹੈ, ਕਿ ਕਾਫੀ ਅੱਗੇ ਜਾ ਸਕਦੀ ਹੈ, ਕਾਫੀ ਅੱਗੇ ਜਿਹੜਾ ਹੈਗਾ ਇਹਦੇ ਵਿੱਚ ਵਾਧਾ ਹੋ ਸਕਦਾ ਹੈ, ਇਹਦੇ ਵਿੱਚ ਕਾਫੀ ਚੇਂਜਿਸ ਜਿਹੜੀਆਂ ਨੇ ਕਰਨ ਦੀ ਲੋੜ ਆ ਔਰ ਉਹ ਚੇਂਜਿਸ ਕਰਕੇ ਇੱਕ ਨਵਾਂ ਜਿਹੜਾ ਹੈਗਾ ਸਿਸਟਮ ਐਜੂਕੇਸ਼ਨ ਦੇ ਵਿੱਚ ਸਿਰਜਿਆ ਜਾ ਸਕਦਾ ਹੈ। ਸੋ ਉਸ ਵੱਲ ਮਾਨ ਸਰਕਾਰ ਜਿਹੜੀ ਹੈਗੀ ਹੈ ਵਧ ਰਹੀ ਹੈ, ਇੱਕ ਚੰਗਾ ਸ਼ਗਨ ਆਪਾਂ ਕਹਿ ਸਕਦੇ ਹਾਂ ਦਰਸ਼ਕ ਜੀ। ਠੀਕ ਹੈ ਭੀਮ ਜੀ, ਤੁਸੀਂ ਜੋ ਮਾਨ ਸਰਕਾਰ ਵੱਲੋਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਐਪਰੀਸ਼ੀਏਟ ਕਰ ਰਹੇ ਹੋ। ਅਸੀਂ ਜਸ਼ਨ ਚਹਿਲ ਉਹਨਾਂ ਕੋਲ ਜਾਂਦੇ ਹਾਂ ਕਿਉਂਕਿ ਕਾਂਗਰਸ ਪੰਜਾਬ ਦੀ ਪ੍ਰਮੁੱਖ ਵਿਰੋਧੀ ਧਿਰ ਹੈ, ਤੇ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਹੜੀ ਇਹ ਮਾਨ ਸਰਕਾਰ ਵੱਲੋਂ ਪਹਿਲ ਕਦਮੀਆਂ ਕੀਤੀ ਜਾ ਰਹੀਆਂ ਨੇ ਜਾਂ ਫੈਸਲੇ ਕੀਤੇ ਜਾ ਰਹੇ ਨੇ ਜਾਂ ਐਲਾਨ ਕੀਤੇ ਜਾ ਰਹੇ ਨੇ। ਜਸ਼ਨ ਚਹਿਲ ਜੀ। ਮਾਨ ਸਰਕਾਰ ਵੱਲੋਂ ਜੀ ਜਿਵੇਂ 2022-23 ਦੇ ਬਜਟ 'ਚ ਤਕਰੀਬਨ 17,072 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀਗਾ ਐਜੂਕੇਸ਼ਨ, ਹਾਇਰ ਐਜੂਕੇਸ਼ਨ ਲਈ। ਉਹਦੇ ਚੋਂ ਤਕਰੀਬਨ ਇਹਨਾਂ ਨੇ, ਜੇ ਮੈਂ ਛੋਟੀ ਮੇਨ ਪੁਆਇੰਟ ਤੁਹਾਨੂੰ ਦੱਸਾਂ, ਤਕਰੀਬਨ 500 ਸਕੂਲ ਇਹਨਾਂ ਨੇ ਆਖਿਆ ਸੀ ਡਿਜੀਟਲਾਈਜ਼ ਕਰਨੇ ਆ। ਸੋ ਜਿਹੜੇ ਪਿਛਲੇ ਰਿਕਾਰਡ ਰਹੇ ਐਜੂਕੇਸ਼ਨ ਸਿਸਟਮ ਦੇ ਪਿਛਲੇ 4-5 ਸਾਲਾਂ ਦੇ ਮੈਂ ਤੁਹਾਨੂੰ ਦੱਸੂਗਾ। ਜਿਵੇਂ 19-20 ਜਿਹੜਾ ਸਰਵੇ ਹੋਇਆ ਸੀਗਾ ਉਦੋਂ ਤੋਂ ਜਿਹੜੀ ਤਬਦੀਲੀ ਆਉਣ ਲੱਗੀ ਹੈ, ਤਕਰੀਬਨ 19-20 ਚ 1.5 ਲੱਖ ਬੱਚਾ ਸਰਕਾਰੀ ਸਕੂਲ ਚ ਵਧਿਆ ਸੀਗਾ। ਤਕਰੀਬਨ ਉਹ ਚੋਂ 85% ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਆਏ ਸੀਗੇ। ਤੇ 2022 ਚ ਜਦੋਂ ਆਪਣੀ ਹੁਣ ਸਰਕਾਰ ਆਈ ਹੈ, ਉਦੋਂ ਸਰਕਾਰ ਆਉਣ ਵੇਲੇ ਵੀ ਸਰਵੇ ਆਇਆ ਸੀਗਾ ਵੀ ਪੰਜਾਬ ਐਜੂਕੇਸ਼ਨ ਸਿਸਟਮ ਨੰਬਰ 1 ਤੇ ਹੈ ਕੰਟਰੀ ਚ, ਤੇ ਦਿੱਲੀ ਦਾ ਰੈਂਕਿੰਗ ਪੰਜਾਬ ਐਜੂਕੇਸ਼ਨ ਸਿਸਟਮ ਨਾਲੋਂ ਥੱਲੇ ਆਈ ਸੀਗੀ। ਸੋ ਇਹ ਗੱਲ ਮੈਂ ਤੁਹਾਨੂੰ ਤਾਂ ਜ਼ਾਹਿਰ ਕਰ ਰਿਹਾ ਹਾਂ ਬਿਕੋਜ਼ ਜਿਹੜੀਆਂ ਅਨਾਉਂਸਮੈਂਟ ਇਹ ਕਰ ਰਹੇ ਹੈ ਉਹਦੇ ਤੇ ਅਮਲ ਨਹੀਂ ਕਰ ਪਾ ਰਹੇ। ਐਜੂਕੇਸ਼ਨ ਸਿਸਟਮ ਦਿੱਲੀ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ। ਦਿੱਲੀ ਦਾ ਐਜੂਕੇਸ਼ਨ ਸਿਸਟਮ ਤਾਂ ਪਹਿਲਾਂ ਹੀ ਪੰਜਾਬ ਤੋਂ ਸਿੱਖਣਾ ਚਾਹੀਦਾ ਉਹਨਾਂ ਨੂੰ। ਜੇ ਆਪਾਂ ਦੇਖੀਏ ਪਿਛਲੇ 4-5 ਸਾਲਾਂ ਤੇ ਹੀ ਜਾਂਦੇ ਆ, ਉਦੋਂ ਪਹਿਲਾਂ ਵੀ ਜਾਵਾਂਗੇ, ਉਦੋਂ ਪਿੱਛੇ ਵੀ ਜਾਵਾਂਗੇ ਅਗਲੀ ਵਾਰ। ਸੋ ਤਕਰੀਬਨ ਉਹਦੇ ਤੋਂ ਦਿੱਲੀ ਨੂੰ ਸਿੱਖਣਾ ਚਾਹੀਦਾ। ਇਹ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰਨਾ ਚਾਹੁੰਦੇ ਆ।
ਸੋ ਇੱਕ ਤਾਂ ਉੱਥੇ ਸਰਕਾਰ ਫੇਲ ਹੈ ਜੀ। ਦੂਜੇ ਤੇ ਜਿਹੜਾ ਇਹਨਾਂ ਨੇ ਹੁਣ ਸਟੈਪ ਚੱਕੇ ਆ ਵੀ 500 ਡਿਜੀਟਲਾਈਜ਼ ਕਰਨੇ ਆ ਸਕੂਲ, ਉਹਨਾਂ ਚੋਂ ਸਰਕਾਰ ਨੇ ਕੋਈ ਤੱਥ ਨਹੀਂ ਪੇਸ਼ ਕੀਤੇ ਵੀ ਕਿੰਨੇ ਸਕੂਲ ਹੋ ਗਏ ਆ ਜਾਂ ਕਿੰਨੇ ਕਰਨੇ ਆ। ਤੇ ਜਿਹੜੀ ਤਕਰੀਬਨ ਮਾਨਸਾ ਆਪਣਾ ਸਭ ਤੋਂ ਲਿਟਰੇਸੀ ਰੇਟ ਚ ਲੋ ਹੈ, ਜੇ ਮੈਂ ਡਿਸਟ੍ਰਿਕਟ ਵਾਈਜ਼ ਵੀ ਜਾਵਾਂ ਉਹਦੇ ਚ ਤਕਰੀਬਨ 62% ਕੁਝ ਲਿਟਰੇਸੀ ਰੇਟ ਹੈ ਮਾਨਸਾ ਦੇ ਵਿੱਚ ਆਪਣੇ ਪੂਰੇ ਪੰਜਾਬ ਚੋਂ। ਸੀਐਮ ਸਾਹਿਬ ਦਾ ਗਵਾਂਢੀ ਹਲਕਾ ਹੈ ਇੱਕ, ਉਹਦੇ ਤੇ ਵੀ ਕੋਈ ਨਜ਼ਰ ਨਹੀਂ ਦਿੱਤੀ ਜਾ ਰਹੀ। ਮਾਨਸਾ ਲਈ ਕੀ ਕਰ ਰਹੀ ਹੈ ਸਰਕਾਰ, ਇੱਕ ਤਾਂ ਇਹ ਵੀ ਦੱਸੇ ਜੇ ਆਪਾਂ ਡਿਸਟ੍ਰਿਕਟ ਵਾਈਜ਼ ਜਾਂਦੇ ਹਾਂ। ਤੇ ਪੰਜਾਬ ਲਈ ਜਿਹੜਾ 17,072 ਕਰੋੜ ਰੁਪਏ ਇਹਨਾਂ ਨੇ ਅਲਾਟ ਕੀਤਾ ਸੀ, ਉਹਦੇ ਚੋਂ ਕੀ ਕੀ ਇਹਨਾਂ ਨੇ ਕੀਤਾ ਹੁਣ ਤੱਕ, ਇੱਕ ਵਾਰੀ ਇਹ ਦੱਸਣ, ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੁਬਾਰਾ ਤੱਥਾਂ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਦੁਬਾਰਾ ਸਵਾਲ ਕਰਾਂਗੇ ਜੀ। ਠੀਕ ਹੈ ਚਹਿਲ ਸਾਹਿਬ। ਮਲਹੋਤਰਾ ਜੀ, ਤੁਸੀਂ ਚਹਿਲ ਸਾਹਿਬ ਦੀਆਂ ਦਾ ਜੋ ਕਿਹਾ ਹੈ ਉਹਨਾਂ ਦੇ ਇਹ ਦੱਸਿਆ ਹੈ ਕਿ ਜਿਹੜੀ ਮਾਨ ਸਰਕਾਰ ਨੇ ਖਾਸ ਤੌਰ ਤੇ ਐਲਾਨ ਕੀਤੇ, ਬਜਟ ਦੇ ਵਿੱਚ ਐਲਾਨ ਕੀਤੇ, ਉਹ ਐਲਾਨ ਹਾਲੇ ਤੱਕ ਪੂਰੇ ਨਹੀਂ ਹੋਏ ਹੈਗੇ। ਤੇ ਇਸ ਗੱਲ ਕਰਕੇ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਸਰਕਾਰ ਜਿਹੜੀ ਹੈਗੀ ਆ ਉਸ ਵੱਲੋਂ ਜੋ ਵੀ ਕੰਮ ਕੀਤੇ ਜਾ ਰਹੇ ਆ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੈ। ਦਰਸ਼ਕ ਜੀ ਦੇਖੋ, ਜੇ ਆਪਾਂ ਦੇਸ਼ ਦਾ ਨਿਰਮਾਣ ਕਰਨਾ ਹੈ ਨਾ, ਤਾਂ ਸਭ ਤੋਂ ਪਹਿਲਾਂ ਦੇਸ਼ ਦੇ ਕਰੈਕਟਰ ਦਾ ਨਿਰਮਾਣ ਕਰਨਾ ਪੈਂਦਾ, ਔਰ ਕਰੈਕਟਰ ਦਾ ਨਿਰਮਾਣ ਕਰਨ ਦੇ ਲਈ ਸਿੱਖਿਆ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈਗੀ ਹੈ। ਔਰ ਉਹ ਸਿੱਖਿਆ ਜਿਹੜੀ ਹੈ, ਕਰੈਕਟਰ ਨਿਰਮਾਣ ਵਾਲੀ ਜਿਹੜੀ ਸਿੱਖਿਆ ਹੈ, ਉਹ ਸਰਕਾਰੀ ਅਦਾਰੇ ਹੀ ਦੇ ਸਕਦੇ ਨੇ। ਕਿਉਂਕਿ ਉਹਨਾਂ ਦੀ ਕੋਈ ਪ੍ਰੋਫਿਟ ਦੀ ਜਾਂ ਮੁਨਾਫੇ ਦੀ ਮਨਸ਼ਾ ਨਹੀਂ ਹੁੰਦੀ, ਉਹਨਾਂ ਦੀ ਸਿਰਫ ਤੇ ਸਿਰਫ ਸੇਵਾ ਦੀ ਔਰ ਦੇਸ਼ ਨਿਰਮਾਣ ਦੀ ਮਨਸ਼ਾ ਹੁੰਦੀ ਹੈ। ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਇੰਪਰੂਵ ਕਰਨ ਵੱਲ ਜ਼ੋਰ ਦਿੰਦੀ ਰਹੀ ਹੈਗੀ ਹੈ। ਔਰ ਮੈਂ ਡਾਕਟਰ ਭੀਮ ਜੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈਗਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਦੇਖੋ, ਪਰਉਪਕਾਰ ਤਾਂ ਉਹੀ ਵਿਅਕਤੀ ਕਰੇਗਾ ਨਾ ਜਿਹੜਾ ਕਰਜ਼ੇ ਹੇਠ ਨਹੀਂ ਹੈ। ਜੇ ਕੋਈ ਮਾਪਿਓ ਲੱਖਾਂ ਰੁਪਇਆ ਖਰਚ ਕਰਕੇ ਆਪਣੇ ਬੱਚਿਆਂ ਨੂੰ ਪਹਿਲਾਂ ਸਕੂਲੀ ਸਿੱਖਿਆ ਦਿਵਾਉਣਗੇ, ਫਿਰ ਲੱਖਾਂ ਰੁਪਏ ਖਰਚ ਕਰਕੇ ਕਾਲਜ ਦੀ ਸਿੱਖਿਆ ਦਿਵਾਉਣਗੇ, ਫਿਰ ਲੱਖਾਂ ਰੁਪਏ ਖਰਚ ਕਰਕੇ ਇੰਜੀਨੀਅਰ ਡਾਕਟਰ ਬਣਾਉਣਗੇ, ਤਾਂ ਉਹਨਾਂ ਦੀ ਆਪਣੀ ਜੇਬ ਖਾਲੀ ਹੋਈ ਹੋਣੀ ਹੈ। ਉਹਨਾਂ ਨੂੰ ਆਪਣੀ ਭੁੱਖ ਲੱਗੀ ਹੋਣੀ ਕਿ ਵੀ ਜਿਹੜਾ ਪੈਸਾ ਖਰਚ ਕੀਤਾ ਉਹ ਪਹਿਲਾਂ ਆਪ ਤਾਂ ਰਿਕਵਰ ਕਰੀਏ। ਪਰਉਪਕਾਰ ਬਾਰੇ ਕੌਣ ਸੋਚੇਗਾ? ਸੋ ਇਹ ਜਿਹੜਾ ਪ੍ਰਾਈਵੇਟ ਐਜੂਕੇਸ਼ਨ ਦਾ ਮਾਡਲ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੇ ਉੱਤੇ ਥੋਪਿਆ ਸੀਗਾ, ਇਹ ਇਸ ਦਾ ਨਤੀਜਾ ਸੀਗਾ ਕਿ ਪੰਜਾਬ ਦਾ ਜਿਹੜਾ ਇਹਨਾਂ ਨੇ ਹਰ ਇੱਕ ਪੱਖੋਂ ਬੇੜਾ ਗਰਕ ਕੀਤਾ ਹੈਗਾ। ਔਰ ਜਦੋਂ ਦੀ ਆਮ ਆਦਮੀ ਪਾਰਟੀ ਚਾਹੇ ਦਿੱਲੀ ਸੱਤਾ ਵਿੱਚ ਆਈ ਹੈ, ਚਾਹੇ ਪੰਜਾਬ ਵਿੱਚ ਸੱਤਾ ਚ ਆਈ ਹੈ, ਸਿੱਖਿਆ ਤੇ ਸਿਹਤ ਜਿਹੜੀਆਂ ਉਹ ਦੋ ਟੌਪ ਪ੍ਰਾਇੋਰਟੀਜ਼ ਜਿਹੜੀਆਂ ਹੋ ਰਹੀਆਂ ਹੈਗੀਆਂ। ਪਹਿਲਾਂ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਸਿੱਖਿਆ 'ਚ ਕ੍ਰਾਂਤੀ ਆਈ, ਉੱਥੋਂ ਲੱਖਾਂ ਸਟੂਡੈਂਟਸ ਜਿਹੜੇ ਨੇ, ਪਹਿਲਾਂ ਕਰੀਬ 16 ਲੱਖ ਸਰਕਾਰੀ ਸਕੂਲਾਂ 'ਚ ਸੀ, ਹੁਣ 20 ਲੱਖ ਤੋਂ ਉੱਪਰ ਸਰਕਾਰੀ ਸਕੂਲਾਂ 'ਚ ਨੇ। 4 ਲੱਖ ਤੋਂ ਉੱਪਰ ਬੱਚੇ ਜਿਹੜੇ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆਏ ਨੇ। ਉਹਨਾਂ ਦੇ ਬਹੁਤ ਅੱਛੇ ਰਿਜ਼ਲਟਸ ਆ ਰਹੇ ਨੇ ਸਾਰੀਆਂ ਫੀਲਡਸ ਦੇ ਵਿੱਚ। IITs ਵਿੱਚ ਜਾ ਰਹੇ ਨੇ, ਮੈਡੀਕਲ ਵਿੱਚ ਜਾ ਰਹੇ ਨੇ। ਹੋਰ ਤੇ ਹੋਰ 13 ਅਕਤੂਬਰ 2022 ਦਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈਗੀ ਹੈ, ਜਿਸ ਨੇ ਕਿਹਾ ਹੈ ਕਿ ਵੀ 5 ਸਕੂਲ ਜਿਹੜੇ ਦਿੱਲੀ ਦੇ ਸਰਕਾਰੀ ਸਕੂਲ ਹੈ, ਉਹ ਦੇਸ਼ ਵਿੱਚ ਟੌਪ 10 ਸਕੂਲਸ ਵਿੱਚੋਂ ਹੈਗੇ, ਸਰਕਾਰੀ ਸਕੂਲ ਦਿੱਲੀ ਦੇ। ਔਰ ਠੀਕ ਹੈ, ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਵਾਈਫ ਜਿਹੜੀ ਹੈ ਦਿੱਲੀ ਦੇ ਸਕੂਲਾਂ ਨੂੰ ਦੇਖਣ ਆਈ, ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਜਿਹੜੇ ਆ ਦਿੱਲੀ ਦੇ ਸਕੂਲਾਂ ਨੂੰ ਦੇਖਣ ਆਏ। ਯਾਨੀ ਕਿ ਇੰਨਾ ਵਧੀਆ ਮਾਡਲ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਪੇਸ਼ ਕੀਤਾ। ਔਰ ਹੁਣ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਵੀ ਸਿੱਖਿਆ ਜਿਹੜਾ ਹੈ ਸਾਡੀ ਬਹੁਤ ਵੱਡੀ ਪ੍ਰਾਇੋਰਟੀ ਹੈਗੀ ਹੈ। 12% ਬਜਟ ਜਿਹੜਾ ਹੈ ਇਸ ਸਾਲ ਵਧਿਆ ਹੈਗਾ, ਔਰ ਇਸ ਸਾਲ ਦਾ ਬਜਟ 17,074 ਕਰੋੜ ਰੁਪਇਆ ਹੈਗਾ। ਔਰ ਪਹਿਲਾਂ ਆਪਾਂ ਦੇਖਿਆ ਕਿ 2 ਬੈਚਸ ਪ੍ਰਿੰਸੀਪਲਸ ਦੇ ਗਏ ਸੀਗੇ ਸਿੰਗਾਪੁਰ, ਉੱਥੇ ਟ੍ਰੇਨਿੰਗ ਤੇ ਲੈਣ। ਹੁਣ 22 ਤਰੀਕ ਨੂੰ 2 ਬੈਚਸ ਹੋਰ ਗਏ ਹੈਗੇ ਹੈ। ਔਰ ਕੱਲ ਹੀ ਬ੍ਰਿਟਿਸ਼ ਕਾਉਂਸਲ ਦੇ ਨਾਲ ਇੱਕ ਸਮਝੌਤਾ ਹੋਇਆ ਹੈਗਾ। 5,000 ਸਟੂਡੈਂਟਸ ਪੰਜਾਬ ਦੇ ਜਿਹੜੇ ਆ ਹਾਇਰ ਐਜੂਕੇਸ਼ਨ ਵਾਲੇ, ਉਹਨਾਂ ਨੂੰ ਬ੍ਰਿਟਿਸ਼ ਕਾਉਂਸਲ ਟ੍ਰੇਨਿੰਗ ਦੇਗਾ। ਇੰਗਲਿਸ਼ ਫॉर ਵਰਕ ਇਸ ਦਾ ਤੁਹਾਡੇ ਕੋਲ ਫੇਰ ਹੋ ਰਿਹਾ ਇਸ ਸਮੇਂ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ। ਕੋਈ ਗੱਲ ਨਹੀਂ, ਤੁਹਾਡੇ ਕੋਲ ਫੇਰ ਆ ਜਾਂਦੇ ਆ। ਇੱਕ ਬ੍ਰੇਕ ਲੈ ਲਈਏ, ਬ੍ਰੇਕ ਦਾ ਹੋ ਰਿਹਾ ਸਮਾਂ ਵੀ ਲੈ ਲਿਆ, ਇੱਕ ਬ੍ਰੇਕ। ਚਰਚਾ
चर्चा। ब्रेक तो बाद फिर हाजिर होने आ। ਮਲਹੋਤਰਾ ਜੀ ਸਰਕਾਰ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਉਹਦੇ ਬਾਰੇ ਦੱਸਣਾ ਚਾਹੁੰਦੇ ਸੀਗੇ ਤੇ ਉਹਨਾਂ ਕੋਲ 1 ਮਿੰਟ ਦਾ ਹੋਰ ਸਮਾਂ ਦਿੰਦੇ ਆ। ਮਲਹੋਤਰਾ ਜੀ ਜੋ ਤੁਸੀਂ ਕਹਿਣਾ ਚਾਹ ਰਹੇ ਸੀ ਦੱਸੋ। ਹਾਂਜੀ ਨੂੰ ਰੈਗੂਲਰਾਈਜ਼ ਕੀਤਾ ਗਿਆ ਨਵੇਂ ਟੀਚਰ। ਹਾਂਜੀ ਆ ਰਹੀ ਹੈ ਜੀ ਆਵਾਜ਼? ਠੀਕ ਆ ਆ ਗਈ ਜੀ। ਹਜ਼ਾਰਾਂ ਨਵੇਂ ਟੀਚਰ ਜਿਹੜੇ ਆ ਉਹ ਭਰਤੀ ਕੀਤੇ ਗਏ ਹੈਗੇ ਆ। 117 ਸਕੂਲਸ ਆਫ ਐਮੀਨੈਂਸ ਜਿਹੜੇ ਬ੍ਰਾਈਟ ਸਟੂਡੈਂਟਸ ਦੇ ਲਈ ਹੈਗੇ ਆ ਉਹ ਖੋਲੇ ਜਾ ਰਹੇ ਹੈਗੇ ਆ। ਹਜ਼ਾਰਾਂ ਹੀ ਸਟੇਟ ਮੈਨੇਜਰਸ ਜਿਹੜੇ ਆ ਸਕੂਲਾਂ ਦੀ ਮੈਨੇਜਮੈਂਟ ਦੇ ਲਈ ਉਹ ਭਰਤੀ ਕੀਤੇ ਜਾ ਰਹੇ ਹੈਗੇ ਆ। ਮੈਗਾ ਪੀਟੀਐਮਸ ਹੋ ਰਹੀਆਂ ਹੈਗੀਆਂ। 6500 ਸਕੂਲਾਂ ਦੀ ਚਾਰ ਦੀਵਾਰੀ ਨਹੀਂ ਸੀ, ਉਹ ਚਾਰ ਦੀਵਾਰੀ ਕੀਤੀ ਜਾ ਰਹੀ ਹੈਗੀ ਹੈ। ਫ੍ਰੀ ਟਰਾਂਸਪੋਰਟ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਹੈਗਾ। ਔਰ ਜਿਵੇਂ ਤੁਸੀਂ ਦੱਸਿਆ ਕਿ 8 ਸ਼ਹਿਰਾਂ 'ਚ UPSC ਦੇ ਐਗਜ਼ਾਮ ਨੂੰ ਦੀ ਟ੍ਰੇਨਿੰਗ ਦੇਣ ਦੇ ਲਈ ਅਕੈਡਮੀਜ਼ ਖੋਲੀਆਂ ਜਾ ਰਹੀਆਂ ਹੈਗੀਆਂ। ਔਰ ਤੁਸੀਂ ਦੇਖੋ ਕਿ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਦੇ ਸੰਸਥਾਵਾਂ ਸੀ, ਜਿਵੇਂ ਪੰਜਾਬੀ ਯੂਨੀਵਰਸਿਟੀ ਬਹੁਤ ਜ਼ਿਆਦਾ ਕਰਜ਼ੇ ਦੇ ਹੇਠ ਸੀਗੀ। ਇਸ ਸਾਲ ਦਾ ਉਹਨਾਂ ਦਾ 560 ਕਰੋੜ ਦਾ ਬਜਟ ਜਿਹੜਾ ਹੈ ਉਹ ਉਹਨਾਂ ਲਈ ਦਿੱਤਾ ਗਿਆ। ਔਰ ਇਸ ਦਾ ਨਤੀਜੇ ਆਣੇ ਸ਼ੁਰੂ ਹੋਏ ਨੇ, ਕਿਉਂਕਿ ਦੇਖੋ ਅਜੇ ਸਿਰਫ 1.5 ਸਾਲ ਹੋਇਆ ਹੈਗਾ। ਪਰ ਫਿਰ ਵੀ ਜਿਹੜੇ ਮੁੱਢਲੇ ਨਤੀਜੇ ਨੇ ਕਿ ਪ੍ਰੀ ਪ੍ਰਾਇਮਰੀ 1 ਦੇ ਵਿੱਚ ਜਿਹੜੀ ਭਰਤੀ ਹੈਗੀ ਹੈ ਸਕੂਲਾਂ ਵਿੱਚ 16% ਵੱਧ ਗਈ ਹੈ ਔਰ ਪ੍ਰੀ ਪ੍ਰਾਇਮਰੀ 2 ਦੇ ਵਿੱਚ 9.9% ਵੱਧ ਗਈ ਹੈ। ਔਰ ਬਾਕੀ ਜਿਹੜੇ ਸਾਡੇ ਵਿਰੋਧੀ ਕ੍ਰਿਟਿਸਿਜ਼ਮ ਕਰਦੇ ਨੇ ਉਹ ਦੇਖੋ ਉਹਨਾਂ ਨੇ ਤਾਂ ਕ੍ਰਿਟਿਸਿਜ਼ਮ ਕਰਨਾ ਹੀ ਕਰਨਾ, ਕਿਉਂਕਿ ਜੇ ਉਹ ਸਾਡੀ ਤਾਰੀਫ ਕਰਦੇ ਨੇ ਤਾਂ ਉਹਨਾਂ ਦੀ ਆਪਣੀ ਰਾਜਨੀਤਿਕ ਜ਼ਮੀਨ ਖੁੱਸਦੀ ਹੈਗੀ ਹੈ। ਸੋ ਉਹਨਾਂ ਨੂੰ ਦੇ ਨਾਲ ਮੈਂ ਬਹਿਸ ਨਹੀਂ ਜ਼ਿਆਦਾ ਕਰਨਾ ਚਾਹੁੰਦਾ। ਔਰ ਲੇਕਿਨ ਜਿਹੜਾ ਇਹ ਸਰਵੇ ਕਹਿ ਰਹੇ ਸੀਗੇ ਕਿ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਦੇ ਸਕੂਲ ਨੰਬਰ 1 ਤੇ ਆਏ, ਮੈਂ ਉਹ ਬੇਨਤੀ ਕਰਨਾ ਚਾਹਾਂਗਾ ਕਿ ਉਹ ਕੈਪਟਨ ਤੇ ਮੋਦੀ ਦੀ ਦੋਸਤੀ ਦਾ ਸਰਵੇ ਸੀਗਾ, ਜਿਹੜਾ ਕਿ ਫਰਾਡ ਸਰਵੇ ਸੀ। ਕਿ ਜਿਵੇਂ ਇਹਨਾਂ ਨੇ ਕੱਲ ਪਾਰਲੀਮੈਂਟ ਵਿੱਚ ਝੂਠ ਬੋਲਿਆ ਕਿ ਜੀ ਈਡੀ ਦਾ ਜਿਹੜਾ ਕਨਵਿਕਸ਼ਨ ਰੇਟ ਆ ਉਹ 93% ਪਹੁੰਚ ਗਿਆ। 0.5% ਸੀਗਾ 6 ਮਹੀਨੇ ਪਹਿਲਾਂ ਤੱਕ, ਉਹ 93% ਪਹੁੰਚ ਗਿਆ। ਇਹੋ ਜਿਹਾ ਹੀ ਝੂਠ ਇਹਨਾਂ ਨੇ ਪਹਿਲਾਂ ਪੰਜਾਬ ਦੇ ਨਾਲ ਬੋਲਿਆ ਸੀ ਕਿ ਪੰਜਾਬ ਦਾ ਐਜੂਕੇਸ਼ਨ। ਮਲਹੋਤਰਾ ਜੀ ਰਾਮੂ ਵਾਲੀਆ ਜੀ, ਤੁਸੀਂ ਮਲਹੋਤਰਾ ਜੀ ਦੀ ਗੱਲਬਾਤ ਸੁਣੀ ਹੈ ਤੇ ਇਹਨਾਂ ਨੇ ਸਰਕਾਰ ਦੇ ਨੁਮਾਇੰਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੋਣ ਕਰਕੇ ਇਹ ਸਾਰੀ ਆਪਣੀਆਂ ਪ੍ਰਾਪਤੀਆਂ ਸੁਣਾ ਦਿੱਤੀਆਂ ਨੇ। ਤੁਸੀਂ ਜਿਹੜੀ ਤੁਹਾਡੀ ਪਾਰਟੀ ਹੈ ਦਿੱਲੀ ਨਾਲ ਵੀ ਜੁੜੀ ਹੋਈ ਹੈ ਤੇ ਪੰਜਾਬ ਨਾਲ ਵੀ ਜੁੜੀ ਹੋਈ ਹੈ, ਤੁਹਾਨੂੰ ਸਾਰੀ ਰਿਪੋਰਟਾਂ ਪਤਾ ਨੇ ਦਿੱਲੀ 'ਚ ਕੀ ਹਾਲਤ ਹੈ ਤੇ ਪੰਜਾਬ ਦੇ ਵਿੱਚ ਕੀ ਹਾਲ ਹੈ। ਦੱਸੋ ਇਹ ਜਿਹੜਾ ਹੈਗਾ ਜੋ ਕੁਛ ਇਹਨਾਂ ਨੇ ਕੀਤਾ ਉਹਨਾਂ ਦੇ ਵਿੱਚ ਕਿੰਨੀ ਕੁ ਹਕੀਕਤ ਹੈ, ਕਿੰਨੀ ਕੁ ਸੱਚਾਈ ਹੈਗੀ ਹੈ? ਦੇਖੋ ਜੀ, ਮੈਂ ਸਮਝਦੀ ਹਾਂ ਕਿ ਮਹਿਜ਼ ਇਹ ਇੱਕ ਡਰਾਮਾ ਹੈਗਾ ਇਹਨਾਂ ਦਾ ਕਿ ਆਮ ਆਦਮੀ ਪਾਰਟੀ ਨੂੰ ਡਰਾਮਾ ਕਰਨ ਦੀ ਆਦਤ ਪੈ ਗਈ ਆ। ਜੇ ਦਿੱਲੀ ਦੇ ਸਕੂਲ ਇੰਨੇ ਚੰਗੇ ਆ ਕਿ ਉਹ ਦੁਨੀਆ ਵਿੱਚ 5ਵੇਂ ਸਥਾਨ ਤੇ ਫਿਰ ਬ੍ਰਿਟਿਸ਼ ਦੇ ਨਾਲ MOU ਸਾਈਨ ਕਰਨ ਦੀ ਕੀ ਲੋੜ ਪੈ ਗਈ ਸੀ? ਫਿਰ ਦਿੱਲੀ ਤੋਂ ਅਧਿਆਪਕ ਮੰਗਾਉਂਦੇ ਔਰ ਫਿਰ ਸਿੰਗਾਪੁਰ ਸਾਨੂੰ ਪ੍ਰਿੰਸੀਪਲਾਂ ਨੂੰ ਬਾਰ-ਬਾਰ ਭੇਜਣ ਦੀ ਕਿਉਂ ਲੋੜ ਪੈ ਗਈ? ਫਿਰ ਦਿੱਲੀ ਭੇਜਦੇ, ਖਰਚਾ ਘੱਟ ਹੁੰਦਾ। ਔਰ ਫਿਰ ਜੇ ਦਿੱਲੀ ਦੇ ਸਕੂਲ ਇੰਨੇ ਮਾਡਲ ਵਧੀਆ ਤਾਂ ਵੀ ਫਿਰ ਦਿੱਲੀ ਵਾਲਾ ਮਾਡਲ ਪੰਜਾਬ 'ਚ ਅਪਲਾਈ ਕਰੋ ਤੇ ਕਿੰਨੇ ਕੁ ਉੱਥੇ ਬੱਚਿਆਂ ਨੂੰ ਪੜ੍ਹ ਕੇ ਨੌਕਰੀਆਂ ਮਿਲਦੀਆਂ, ਇਹ ਵੀ ਮੈਂ ਜਾਣਨਾ ਚਾਹੂੰਗੀ। ਜੇ ਸਾਨੂੰ ਇਸ ਵਕਤ ਮੈਂ ਜੇ ਦੇਖਿਆ ਜਾਵੇ ਤਾਂ ਮੇਰੇ PA ਬੈਠਾ, ਉਹਦੀ ਸਕੀ ਭੈਣ ਕੈਨੇਡਾ ਦੇ ਵਿੱਚ 26 ਸਾਲ ਦੀ ਕੁੜੀ ਆ, ਹੁਣੇ ਗਈ ਆ ਉੱਥੇ ਜਾ ਕੇ ਟੀਚਰ ਆ। ਮੇਰੇ ਖੁਦ 2 ਚਾਚੇ ਉੱਥੇ ਟੀਚਰ ਰਹੇ ਆ। ਲੋਕੀ ਤਾਂ ਪੰਜਾਬ ਤੋਂ ਵਿਦੇਸ਼ਾਂ 'ਚ ਜਾ ਕੇ ਟੀਚਰ ਬਣਦੇ ਤੇ ਸਾਨੂੰ ਕੀ ਇੰਨੀ ਜ਼ਰੂਰਤ ਪੈ ਗਈ ਕਿ ਅਸੀਂ ਵਿਦੇਸ਼ਾਂ ਤੋਂ ਟੀਚਰ ਮੰਗਾ ਰਹੇ ਹਾਂ ਤੇ ਸਾਡੇ ਕੀ ਬੱਚੇ ਕਾਬਲ ਨਹੀਂ ਹਨ? ਸਾਡੇ ਬੱਚੇ ICI ਔਰ CBSE ਸਕੂਲਾਂ 'ਚ ਪੜ੍ਹਦੇ ਆ ਔਰ ਉਹ ਬੜੇ ਸ਼ੁਰੂ ਤੋਂ ਇੰਗਲਿਸ਼ ਬੋਲਦੇ ਆ ਔਰ ਅੰਗਰੇਜ਼ੀ ਕੋਈ ਸਾਨੂੰ ਬਹੁਤੀ ਪੰਜਾਬੀਆਂ ਨੂੰ ਹਰ ਭਾਸ਼ਾ ਸਿੱਖਣ ਦਾ ਇਹਨਾਂ ਦੇ ਕੋਲੇ ਬਲ ਹੈਗਾ। ਕਈ ਜਿਵੇਂ ਹੁਣ ਕੇਰਲਾ ਵਗੈਰਾ ਹੈਗੇ ਉਹਨਾਂ ਤੋਂ ਨਹੀਂ ਸਿੱਖੀ ਜਾਂਦੀ, ਹਿੰਦੀ ਨਹੀਂ ਸਿੱਖੀ ਜਾਂਦੀ। ਔਰ ਫਿਰ ਮੈਂ ਇਹ ਵੀ ਦੱਸਦਾ ਕਿ ਅੰਗਰੇਜ਼ੀ ਸਿੱਖਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਸਾਊਥ ਇੰਡੀਆ 'ਚ ਜੇ ਘਰ ਦੇ ਲਈ ਤੁਸੀਂ ਕੰਮ ਕਰਨ ਲਈ ਵੀ ਸਹਾਇਕ ਰੱਖਣਾ ਤੇ ਅੰਗਰੇਜ਼ੀ ਬੋਲਦੇ ਆ ਔਰ ਅੰਗਰੇਜ਼ੀ ਕੋਈ ਏਡੀ ਗੱਲ ਨਹੀਂ। ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਡਾਕਟਰੀ ਵਰਗਾ ਜਿਹੜਾ ਨਾਜ਼ੁਕ ਔਰ ਬਹੁਤ ਹਾਈ ਕੁਆਲੀਫਾਈਡ ਪ੍ਰੋਫੈਸ਼ਨ ਆ ਉਹ ਵੀ ਆਪਦੀ ਭਾਸ਼ਾ ਵਿੱਚ ਹੋਵੇ। ਅਸੀਂ ਅੰਗਰੇਜ਼ੀ ਤੋਂ ਕੀ ਲੈਣਾ? ਪਰ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਦੀ ਕਿਸ ਗੱਲ ਦੀ ਪਾਲਿਸੀ ਹੈ। ਮੈਨੂੰ ਤਾਂ ਮੇਰਾ ਸ਼ੋਸ਼ਾ ਲੱਗਦਾ ਜੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੱਕਣਾ ਤਾਂ ਨਿਰਾ ਸਕੂਲਾਂ ਦਾ ਰੰਗ ਰੋਗਨ ਕਰਕੇ ਮਿਆਰ ਉੱਚਾ ਨਹੀਂ ਚੱਕਿਆ ਜਾਂਦਾ। ਸਾਨੂੰ ਪੜ੍ਹਾਈ ਕਰਨ ਦੇ ਤੇ ਵਿੱਦਿਆ ਦੇਣ ਦੇ
ਤੇ ਵਿਦਿਆ ਦਰਸਾਉਣ ਦੇ ਢੰਗ ਬਦਲਣਾ ਪਊਗਾ ਤਾਂ ਕਿ ਬੱਚਿਆਂ ਦਾ ਇੰਟਰਸਟ ਪੈਦਾ ਹੋ ਸਕੇ, ਬੱਚੇ ਭੈੜੀਆਂ ਆਦਤਾਂ ਤੋਂ ਦੂਰ ਰਹਿ ਸਕਣ ਔਰ ਸਮਾਲ ਸਕਿਲਡ ਪ੍ਰੋਗਰਾਮ ਦੇਣੇ ਚਾਹੀਦੇ ਆ ਤਾਂ ਕਿ ਬੱਚੇ ਪੜ੍ਹਾਈ ਤੋਂ ਬਾਅਦ ਆਪਦੇ ਪੈਰਾਂ ਤੇ ਖੜੇ ਹੋ ਸਕਣ, ਚਾਹੇ ਉਹ ਕਿਤੇ ਨੌਕਰੀ ਕਰ ਸਕਣ ਜਾਂ ਉਹ ਛੋਟਾ ਬਿਜ਼ਨਸ ਕਰ ਸਕਣ। ਇਹਨਾਂ ਸਾਰੀਆਂ ਗੱਲਾਂ ਦਾ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਹਾਂ ਕਿ ਸਮੇਂ-ਸਮੇਂ ਦੇ ਨਾਲ ਵਿਦਿਆ ਦੇ ਅਰਥ ਬਦਲਦੇ ਆ। ਇਸ ਵਕਤ ਕਦੇ ਵਿਦਿਆ ਹੁੰਦੀ ਸੀ ਕਿ ਨਿਰਾ ਧਾਰਮਿਕ ਵਿਦਿਆ ਹੁੰਦੀ ਸੀ, ਪਰ ਹੁਣ ਇਹ ਵਿਦਿਆ ਹੈਗੀ ਆ। ਇਸ ਸਮੇਂ ਸਾਨੂੰ ਇਹ ਚਾਹੀਦਾ ਕਿ ਇਹੋ ਜਿਹੀ ਵਿਦਿਆ ਹੋਵੇ ਜਿਹਦੇ ਨਾਲ ਅਸੀਂ ਨਸ਼ੇ ਤੋਂ ਦੂਰ ਰਹਿ ਸਕੀਏ ਤੇ ਸਾਡਾ ਆਪਣਾ ਪੰਜਾਬ ਦਾ ਮਾਣ ਮੱਤਾ ਇਤਿਹਾਸ ਆ ਉਹ ਸਕੂਲਾਂ 'ਚ ਪੜ੍ਹਾਇਆ ਜਾਵੇ। ਜਿਹੜੇ ਟੀਚਰ ਬ੍ਰਿਟਿਸ਼ ਤੋਂ ਆਉਣਗੇ ਉਹ ਸਾਡਾ ਇਤਿਹਾਸ ਪੜ੍ਹਾਉਣਗੇ ਕਿਉਂਕਿ ਉਹਨਾਂ ਤਾਂ ਆਪਣੇ ਆਪ ਨਹੀਂ ਆਉਣਾ। ਜਿਵੇਂ ਅਸੀਂ ਬੈਠੇ ਬੈਠੇ ਐਗਜ਼ਾਮਪਲ ਦਿੰਨੇ ਆ ਤੇ ਅਸੀਂ ਐਗਜ਼ਾਮਪਲ ਦਿੰਨੇ ਆ ਗੁਰੂ ਸਾਹਿਬਾਂ ਦੀ, ਰਾਮ ਜੀ ਦੀ ਜਾਂ ਇਸਲਾਮ ਦੀ, ਕਿਉਂਕਿ ਸਾਡੇ ਇਹ ਪੁਰਾਣੇ ਸਾਡੇ ਧਰਮ ਆ, ਸਾਡੀਆਂ ਲੜਾਈਆਂ ਦੀ, ਸਾਡੀ ਸਭਿਅਤਾ, ਸਾਡਾ ਕਲਚਰ ਡਿਫਰੈਂਟ ਆ। ਪਰ ਹੁਣ ਕੀ ਉਹ ਜਿਹੜਾ ਵਿਦੇਸ਼ ਤੋਂ ਆਊਗਾ ਉਹ ਦੇਣਗੇ ਕਿਉਂ ਵਿਕਟੋਰੀਆ ਦੀ ਐਗਜ਼ਾਮਪਲ, ਤਾਂ ਅਸੀਂ ਕੀ ਇਹਦੇ ਵਿੱਚ ਚੰਗਾ ਕਰ ਦੇਵਾਂਗੇ ਜਿਹੜਾ ਕਿ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਕ੍ਰਾਂਤੀਕਾਰੀ ਜਿਹੜਾ ਅੰਦੋਲਨ ਵਰਗੀ ਵਿਦਿਆ ਦਾ ਇਹਨਾਂ ਨੂੰ ਫਰਕ ਪਊਗਾ। ਦੂਜੀ ਗੱਲ ਮੈਂ ਇਹ ਵੀ ਕਹਿ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਰੈਂਕ ਦੀ ਗੱਲ ਕਰਦੇ ਹਾਂ ਅਸੀਂ ਕਿ ਸਾਡੀ ਵਿਦਿਆ ਦਾ ਰੈਂਕ 5ਵੇਂ ਸਥਾਨ ਤੇ 3 ਸਥਾਨ ਤੇ, ਪਰ ਮੈਂ ਅਸਲੀਅਤ ਨੂੰ ਜਾਣਦੀ ਹਾਂ। ਮੈਂ NGO ਚਲਾਉਂਦੀ ਹਾਂ, ਕੈਂਪ ਲਾਉਂਦੀ ਰਹਿੰਦੀ ਹਾਂ। ਸਾਡੇ ਆਪਣੇ ਬੱਚੇ ਨੌਕਰੀ ਨੂੰ ਆਉਂਦੇ ਆ ਔਰ ਪੰਜਾਬੀ 'ਚ ਐਪਲੀਕੇਸ਼ਨ ਨਹੀਂ ਲਿਖ ਸਕਦੇ। ਇਸ ਲਈ ਸਾਨੂੰ ਆਪਦੀ ਵਿਦਿਆ ਦੇਣ ਦਾ ਤਰੀਕਾ ਬਦਲਣਾ ਪੈਣਾ ਤਾਂ ਕਿ ਬੱਚੇ ਸਮਾਜਿਕ ਤੌਰ ਤੇ ਵਿਚਰ ਸਕਣ। ਭੂਮਾ ਜੀ ਤੁਸੀਂ ਇੱਥੇ ਸਾਰੇ ਜਿਹੜੇ ਨੁਮਾਇੰਦੇ ਆ ਆਪਣੀ ਆਪਣੀ ਉਹਨਾਂ ਨੇ ਗੱਲਬਾਤ ਆਪਣੀ ਰੱਖੀ ਹੈ। ਤੁਸੀਂ ਜਿਹੜੇ ਹੈਗੇ ਇੱਕ ਤਾਂ ਹਾਇਰ ਐਜੂਕੇਸ਼ਨ ਹੁੰਦੀ ਹੈ, ਤੁਸੀਂ ਜਿਹੜੇ +2 ਦੀ ਐਜੂਕੇਸ਼ਨ ਹੈ ਉਹਦੇ ਵਿੱਚ ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਪੜ੍ਹਾਉਂਦੇ ਵੀ ਹੈ। ਇਸੇ ਗੱਲ ਕਰਕੇ ਵਧੀਆ ਢੰਗ ਨਾਲ ਪੜ੍ਹਾਉਂਦੇ ਤਾਂ ਹੀ ਤੁਹਾਨੂੰ 2 ਵਾਰੀ ਅਵਾਰਡ ਵੀ ਮਿਲਿਆ। ਤੇ ਮੈਨੂੰ ਇਹ ਦੱਸੋ ਕਿ ਜਿਹੜੀ ਭਗਵੰਤ ਮਾਨ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਉਹ ਜਿਹੜੇ ਮੌਜੂਦਾ ਸਕੂਲ ਹੈ ਜਾਂ ਇੱਥੇ ਬੁਨਿਆਦੀ ਢਾਂਚਾ ਉਸ ਦੇ ਵਾਸਤੇ ਕਿੰਨਾ ਕੁ ਸਹਾਇਕ ਸਿੱਧ ਹੋ ਰਿਹਾ ਹੈ? ਭੂਮਾ ਜੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ ਭੂਮਾ ਜੀ। ਹੈਲੋ ਭੂਮਾ ਜੀ ਆਵਾਜ਼ ਨਹੀਂ ਆ ਰਹੀ। ਚਲੋ ਖੈਰ ਆਪਾਂ ਇੱਕ ਵਾਰ ਫੇਰ ਭੀਮਿੰਦਰ ਜੀ ਕੋਲ ਜਾਂਦੇ ਹਾਂ। ਭੀਮ ਜੀ, ਖਾਸ ਤੌਰ ਤੇ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਕਿ ਮੌਜੂਦਾ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ, ਤੁਸੀਂ ਕਾਫੀ ਇਹ ਵੀ ਦੱਸਿਆ ਕਿ ਕੀ ਸੁਧਾਰ ਹੋਣੇ ਚਾਹੀਦੇ ਹੈ। ਤੇ ਜੇਕਰ ਆਪਾਂ ਸਿਆਸਤ ਤੋਂ ਪਾਸੇ ਹੋ ਕੇ ਗੱਲ ਕਰੀਏ, ਜਿਹੜਾ ਖਾਸ ਤੌਰ ਤੇ ਯੂਨੀਵਰਸਿਟੀਆਂ ਦਾ ਮਾਹੌਲ ਆ ਉੱਥੇ ਇਹ ਹੈ ਵੀ ਅਧਿਆਪਕ ਵੀ ਨਹੀਂ ਰੱਖੇ ਜਾ ਰਹੇ। ਬਹੁਤ ਸਾਰੇ ਜਿਹੜੇ ਹੈਗਾ ਕਾਲਜਾਂ ਦੇ ਵਿੱਚ ਐਡਹੌਕ ਤੇ ਚੱਲਦੇ ਆ ਜਾਂ ਗੈਸਟ ਫੈਕਲਟੀ ਚੱਲਦੀ ਹੈ। ਤੇ ਜੇਕਰ ਉੱਚ ਸਿੱਖਿਆ ਵਾਸਤੇ ਅਧਿਆਪਕ ਨਹੀਂ ਰੱਖੇ ਜਾਣਗੇ ਤਾਂ ਆਪਾਂ ਇਹ ਵੀ ਦੇਖਣ ਵਿੱਚ ਆਇਆ ਪਿਛਲੇ ਸਮੇਂ ਤੋਂ ਕਾਲਜਾਂ ਦੇ ਕਾਲਜ ਖਾਲੀ ਹੋਏ ਪਏ ਆ। ਇਹ ਸਾਰਾ ਕੁਝ ਕਿਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਪੰਜਾਬ ਸਰਕਾਰ ਦੇ ਲਈ ਬੜੀ ਵੱਡੀ ਚੁਣੌਤੀ ਹੈ। ਬਿਲਕੁਲ ਬਿਲਕੁਲ ਬਹੁਤ ਵੱਡੀ ਚੁਣੌਤੀ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਵੇਂ ਸਕੂਲਾਂ ਦੇ ਵਿੱਚ ਕੰਮ ਹੋ ਰਿਹਾ ਹੈ, ਗਵਰਨਮੈਂਟ ਬਿਲਕੁਲ ਜਿਵੇਂ ਮਲਹੋਤਰਾ ਜੀ ਨੇ ਕਿਹਾ ਸੀਰੀਅਸ ਕੰਮ ਕਰ ਰਹੀ ਹੈ, ਤਾਂ ਉਸੇ ਕਿਸਮ ਦੇ ਕੰਮ ਕਾਲਜਾਂ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਵਿੱਚ ਵੀ ਕਰਨਾ ਪਏਗਾ। ਉਹ ਮੇਨ ਮੁੱਖ ਕੰਮ ਕੀ ਹੈ? ਇੱਕ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ 1996 ਤੋਂ ਬਾਅਦ PPSC ਦੀ ਜੋ ਪ੍ਰੋਫੈਸਰਾਂ ਦੀ ਭਰਤੀ ਹੁੰਦੀ ਹੈ ਔਰ ਉਹਦੇ ਵਿੱਚ UGC ਨੈਟ ਸਾਡੇ ਬਹੁਤ ਸਾਰੇ ਵਿਦਿਆਰਥੀ ਵਿਹਲੇ ਫਿਰ ਰਹੇ ਹੈ ਔਰ ਇਸੇ ਤਰ੍ਹਾਂ PhD ਕਰਕੇ ਵਿਦਿਆਰਥੀ ਵਿਹਲੇ ਫਿਰ ਰਹੇ ਆ ਸਾਡੇ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਜੌਬ ਜਿਹੜੀਆਂ ਨੇ ਉਹਨਾਂ ਦੀਆਂ ਨੌਕਰੀਆਂ ਵੱਖ-ਵੱਖ ਸਬਜੈਕਟਸ ਦੀਆਂ ਉਹ ਦਿੱਤੀਆਂ ਜਾਣ ਤਾਂ ਕਿ ਜਿਹੜੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ 1996 ਤੋਂ ਬਾਅਦ ਜਿਹੜੇ ਖਾਲੀ ਪਏ ਆ ਕਾਲਜ ਜਿੱਥੇ ਅਜੇ ਬਿਲਕੁਲ ਕੋਈ ਭਰਤੀ ਨਹੀਂ ਹੋ ਰਹੀ, ਸਰਕਾਰੀ ਭਰਤੀ ਨਹੀਂ ਹੋ ਰਹੀ, ਉਹਨਾਂ ਤੋਂ ਐਡਹੌਕ ਦੇ ਉੱਤੇ ਕੰਮ ਚਲਾਇਆ ਜਾ ਰਿਹਾ ਹੈ ਜਾਂ ਗੈਸਟ ਫੈਕਲਟੀ ਦੇ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ, ਉਹਦੀ ਬਜਾਏ ਪੱਕੀ ਭਰਤੀ ਜਿਹੜੀ ਹੈਗੀ ਹੈ
ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਦੇਰ ਭਰਤੀ ਨਹੀਂ ਹੋਏਗੀ, ਪ੍ਰੋਫੈਸਰ ਸਾਡੇ ਕੋਲੇ ਨਹੀਂ ਹੋਣਗੇ, ਉਨੀ ਦੇਰ ਅਸੀਂ ਜਿਹੜੀ ਹਾਇਰ ਐਜੂਕੇਸ਼ਨ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ। ਦੂਸਰਾ ਜਿਹੜਾ ਹੈਗਾ ਪੱਖ ਉਹ ਹੈ ਇਨਫਰਾਸਟ੍ਰਕਚਰ ਦਾ, ਕਿ ਜਿਹੜੇ ਸਾਡੇ ਕਾਲਜਿਸ ਜਿਵੇਂ ਖਾਲੀ ਪਏ ਨੇ, ਮੰਨ ਲਓ ਪਟਿਆਲੇ ਦੀ ਆਪਾਂ ਗੱਲ ਕਰੀਏ ਤਾਂ ਮਹਿੰਦਰਾ ਕਾਲਜ ਜਿਹੜਾ ਹੈਗਾ ਬਹੁਤ ਸਾਡੇ ਕੋਲੇ ਵਧੀਆ ਉਹਦੀ ਲੋਕੇਸ਼ਨ ਹੈ, ਬਹੁਤ ਪੁਰਾਣਾ ਕਾਲਜ ਹੈ ਔਰ ਪੰਜਾਬ ਦੇ ਸਭ ਤੋਂ ਪੁਰਾਣੇ ਕਾਲਜਾਂ ਚੋਂ ਮੰਨਿਆ ਜਾਂਦਾ ਹੈ। ਪਰ ਦਿੱਕਤ ਕੀ ਆ ਉੱਥੇ? ਦਿੱਕਤ ਇਹੀ ਹੈ ਕਿ ਇਨਫਰਾਸਟ੍ਰਕਚਰ ਜਿਹੜਾ ਕਿ ਸਾਇੰਸ ਲਈ ਚਾਹੀਦਾ ਹੈ, ਜਿਹੜਾ ਕਿ ਸਪੋਰਟਸ ਲਈ ਚਾਹੀਦਾ ਹੈ, ਜਾਂ ਹੋਰ ਸੋਸ਼ਲ ਸਾਇੰਸ ਲਈ ਚਾਹੀਦਾ ਹੈ, ਜਾਂ ਇੱਥੋਂ ਤੱਕ ਕਿ ਜਿਹੜੇ ਟੀਚਰ ਸਾਹਿਬਾਨ ਚਾਹੀਦੇ ਨੇ ਉਹ ਹਜੇ ਤੱਕ ਮੁਹੱਈਆ ਨਹੀਂ ਹੋਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੀ ਬੇਨਤੀ ਕਰਾਂਗੇ, ਮਲਹੋਤਰਾ ਜੀ ਬੈਠੇ ਨੇ, ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵੱਲ ਵੀ ਤਵੱਜੋ ਜਿਹੜੀ ਹੈਗੀ ਹੈ ਦਿੱਤੀ ਜਾਣੀ ਚਾਹੀਦੀ ਹੈ। ਔਰ ਜਿੱਥੋਂ ਤੱਕ ਯੂਨੀਵਰਸਿਟੀ ਦਾ ਸਵਾਲ ਹੈ, ਯੂਨੀਵਰਸਿਟੀ ਦੇ ਵਿੱਚ ਬੇਸ਼ੱਕ ਵੱਖ-ਵੱਖ ਯੂਨੀਵਰਸਿਟੀਜ਼ ਨੂੰ ਪੈਸੇ ਪੱਖੋਂ ਅਮੀਰ ਕੀਤਾ ਗਿਆ ਹੈ ਔਰ ਜਿਹੜਾ ਹੈਗਾ ਜਿਵੇਂ ਮਲਹੋਤਰਾ ਜੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 30 ਕਰੋੜ ਰੁਪਇਆ ਮਹੀਨੇ ਦਾ ਸਰਕਾਰ ਦੇ ਰਹੀ ਹੈ ਉਹਨਾਂ ਨੂੰ। ਹੁਣ ਸਵਾਲ ਇਹੀ ਹੈ ਕਿ ਉਹ ਜਿਹੜਾ 30 ਕਰੋੜ ਰੁਪਇਆ ਦਿੱਤਾ ਜਾ ਰਿਹਾ ਹੈ ਔਰ ਉਹਦੇ ਵਿੱਚ ਇਨਫਰਾਸਟ੍ਰਕਚਰ ਦੇ ਲਈ ਵੀ ਹੋਣਾ ਚਾਹੀਦਾ ਹੈ, ਉਹਦੇ ਵਿੱਚ ਜਿਹੜੀ ਹੈਗੀ ਹੈ ਨਵੀਆਂ ਭਰਤੀਆਂ ਉਹ ਵੀ ਹੋਣੀਆਂ ਚਾਹੀਦੀਆਂ ਨੇ। ਔਰ ਜੇਕਰ ਅਸੀਂ ਯੂਨੀਵਰਸਿਟੀ ਨੂੰ ਬਚਾ ਲਾਂਗੇ, ਜੇਕਰ ਅਸੀਂ ਆਪਣੇ ਕਾਲਜਿਸ ਨੂੰ ਬਚਾ ਲਾਂਗੇ ਔਰ ਜੇਕਰ ਅਸੀਂ ਆਪਣੇ ਐਜੂਕੇਸ਼ਨ ਸਿਸਟਮ ਬਚਾ ਲਾਂਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਇੱਕ ਨਵਾਂ ਮਾਡਲ ਜਿਹੜਾ ਹੈਗਾ ਪੰਜਾਬ ਦਾ ਉਹ ਇੱਕ ਨੰਬਰ 1 ਦਾ ਸੂਬਾ ਜਿਹੜਾ ਹੈਗਾ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਹੈ। ਇਹਦੇ ਲਈ ਸਰਕਾਰ ਨੂੰ ਗੰਭੀਰ ਤੌਰ ਤੇ ਸੀਰੀਅਸ ਹੋ ਕੇ ਐਫਰਟਸ ਕਰਨੇ ਪੈਣਗੇ। ਦਰਸ਼ਕ ਜੀ ਠੀਕ ਹੈ ਜੀ। ਭੂਮਾ ਜੀ, ਤੁਸੀਂ ਆਪਣੇ ਭੀਮਿੰਦਰ ਸਿੰਘ ਜਿਹੜੇ ਹੈਗੇ ਆ ਉਹ ਖਾਸ ਤੌਰ ਤੇ ਯੂਨੀਵਰਸਿਟੀ ਨਾਲ ਸੰਬੰਧਿਤ ਨੇ, ਕਾਲਜਾਂ ਨਾਲ ਸੰਬੰਧਿਤ ਨੇ, ਉਹਨਾਂ ਦੀ ਗੱਲਬਾਤ ਕੀਤੀ ਹੈ। ਜਿਹੜੇ ਆਪਣੇ ਖਾਸ ਤੌਰ ਤੇ ਸਕੂਲ ਨੇ, ਸਕੂਲ ਪੱਧਰ ਦੇ ਉੱਤੇ ਜਿਹੜੇ ਯਤਨ ਹੋ ਰਹੇ ਨੇ ਉਹਨਾਂ ਵਿੱਚ ਸਰਕਾਰ ਦੇ ਯਤਨ ਕਿੰਨੇ ਕੁ ਸਾਰਥਕ? ਹੈਲੋ ਭੂਮਾ ਜੀ, ਆਵਾਜ਼ ਨਹੀਂ ਆ ਰਹੀ ਹੈਗੀ ਤੇ ਮੈਨੂੰ ਲੱਗਦਾ ਤੁਹਾਡੇ ਇੰਟਰਨੈਟ ਦੀ ਪ੍ਰੋਬਲਮ ਹੈ ਜਾਂ ਤਕਨੀਕੀ ਤੌਰ ਤੇ ਕੁਝ ਹੋਰ ਪ੍ਰੋਬਲਮ ਹੈ। ਜਸ਼ਨ ਜੀ, ਜਿਵੇਂ ਤੁਸੀਂ ਆਪਣੇ ਮਲਹੋਤਰਾ ਜੀ ਦੀ ਗੱਲਬਾਤ ਸੁਣੀ ਹੈ ਕਿ ਉਹਨਾਂ ਨੇ ਕਾਫੀ ਪ੍ਰਾਪਤੀਆਂ ਦੱਸੀਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਜਾਂ ਆਪਾਂ ਭਗਵੰਤ ਮਾਨ ਸਰਕਾਰ ਨੇ ਕੀਤੀਆਂ ਨੇ, ਪਰ ਉਹਦੇ ਵਿੱਚ ਇਹ ਵੀ ਹੈ ਕਿ ਖਾਸ ਤੌਰ ਤੇ ਜਿਹੜਾ ਪਿਛਲੇ ਸਮੇਂ ਤੋਂ ਹੀ ਜਿਹੜਾ ਐਜੂਕੇਸ਼ਨ ਸਿਸਟਮ ਹੈ ਕਾਫੀ ਜਿਹੜਾ ਹੈਗਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਰ ਇਹ ਵੀ ਹੈ ਕਿ ਬਹੁਤ ਸਾਰੇ ਜਿਹੜੇ ਸਿੱਖਿਆ ਮਾਹਿਰ ਨੇ ਜਾਂ ਹੋਰ ਵੀ ਮਤਲਬ ਕਿਸੇ ਵੀ ਖੇਤਰ ਦੇ ਵਿੱਚ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਉਹਨਾਂ ਵੱਲੋਂ ਜਿਹੜੇ ਫ੍ਰੀ ਦੇ ਵਿੱਚ ਅੱਜ ਕੱਲ ਵੋਟਾਂ ਹਾਸਲ ਕਰਨ ਵਾਸਤੇ ਐਲਾਨ ਕੀਤੇ ਜਾਂਦੇ ਆ, ਉਹਨਾਂ ਐਲਾਨਾਂ ਦੇ ਕਾਰਨ ਜਿਹੜਾ ਹੈਗਾ ਵਿਕਾਸ ਵਾਸਤੇ ਪੈਸਾ ਨਹੀਂ ਬਚਦਾ, ਐਜੂਕੇਸ਼ਨ ਵਾਸਤੇ ਪੈਸਾ ਨਹੀਂ ਬਚਦਾ, ਹਸਪਤਾਲਾਂ ਵਾਸਤੇ ਪੈਸਾ ਨਹੀਂ ਬਚਦਾ ਹੈਗਾ, ਤੇ ਸਾਰਾ ਜ਼ੋਰ ਉਹਨਾਂ ਫ੍ਰੀ ਬੀਜ ਦੇ ਉੱਤੇ ਹੀ ਲੱਗ ਜਾਂਦਾ ਹੈ। ਤੇ ਇਸ ਸੰਬੰਧ ਵਿੱਚ ਆਪਾਂ ਅੱਗੇ ਇਹ ਗੱਲਬਾਤ ਜਾਰੀ ਰੱਖਾਂਗੇ। ਹੁਣ ਇੱਕ ਬ੍ਰੇਕ ਦਾ ਸਮਾਂ ਆ ਗਿਆ, ਲੈਣੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਜਸ਼ਨ ਚਾਹਲ ਉਹਨਾਂ ਕੋਲ ਜਾਂਦੇ ਆ ਤੇ ਉਹਦੇ ਵਿੱਚ ਖਾਸ ਤੌਰ ਤੇ ਇਹ ਸਵਾਲ ਵੀ ਉਸੇ ਤਰੀਕੇ ਨਾਲ ਬਰਕਰਾਰ ਹੈ ਕਿ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਵੀ ਪਾਰਟੀਆਂ ਨੇ ਉਹਨਾਂ ਵੱਲੋਂ ਜਿਹੜੇ ਫ੍ਰੀ ਦਾ ਇਲਾਜ ਮਤਲਬ ਐਲਾਨ ਕੀਤੇ ਜਾਂਦੇ ਆ ਤੇ ਉਹ ਵੀ ਜਿਹੜੇ ਹੈਗੇ ਇਹਨਾਂ ਵਿਕਾਸ ਕੰਮਾਂ ਦੇ ਵਿੱਚ ਜਾਂ ਐਜੂਕੇਸ਼ਨ ਦੇ ਰਾਹ ਦੇ ਵਿੱਚ ਰੁਕਾਵਟ ਬਣਦੇ ਆ। ਦਰਸ਼ਨ ਜੀ, ਮੈਂ ਤੁਹਾਡਾ ਸਭ ਤੋਂ ਪਹਿਲਾਂ ਸਵਾਲ ਦਾ ਜਵਾਬ ਦੇਣਾ, ਉਸ ਤੋਂ ਬਾਅਦ ਮੇਰੀ ਕੋਈ ਆਪਦੀ ਗੱਲ ਸੀਗੀ, ਮਲਹੋਤਰਾ ਸਾਹਿਬ ਦੀ ਗੱਲ ਤੇ ਮੈਂ ਕੋਈ ਜਵਾਬ ਦੇਣਾ ਸੀਗਾ। ਸੋ ਸਭ ਤੋਂ ਪਹਿਲਾਂ ਜਿਹੜਾ ਫ੍ਰੀ ਬੀਜ਼ ਵਾਲੀ ਗੱਲ ਹੈ, ਜਦੋਂ ਕੈਂਪੇਨ ਚੱਲਿਆ ਸੀ, ਇਹ ਸਰਕਾਰ ਆਈ ਸੀ, ਇੱਕ ਬਦਲਾਵ ਦੀ ਸਰਕਾਰ ਬਣ ਕੇ ਆਈ ਸੀਗੀ ਜੀ। ਜੋ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਇੱਕ ਬਦਲਾਵ ਵਾਸਤੇ ਵੋਟਾਂ ਪਾਈਆਂ ਸੀ। ਤੁਸੀਂ ਅੱਜ ਦੇ ਆંકੜੇ ਕਢਾ ਕੇ ਦੇਖ ਲਓ, ਤਕਰੀਬਨ ਮਹੀਨੇ ਦੇ ਮਹੀਨੇ ਜਿਹੜਾ 30-37 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਹੋਰ ਚੀਜ਼ਾਂ ਪ੍ਰਮੋਸ਼ਨ ਤੇ ਲੱਗ ਰਿਹਾ, ਜੋ ਸਰਕਾਰ ਦੀਆਂ ਜਾਣੂ ਕਰਾਉਣ ਨੂੰ ਲੋਕਾਂ ਨੂੰ ਤਬਦੀਲੀਆਂ ਵੀ ਹੁਣ ਤੱਕ ਕੀ ਹੋਇਆ, ਉਹ ਸਾਰਾ ਇਹ ਪੈਸਾ ਐਜੂਕੇਸ਼ਨ 'ਚ ਡਾਇਵਰਟ ਕਿਉਂ ਨਹੀਂ ਕਰ ਰਹੀ ਜੀ? ਕਿਉਂਕਿ ਇਹ ਬਦਲਾਵ ਦੀ ਸਰਕਾਰ ਹੈ।
ਪਹਿਲਾ ਤਾਂ ਇਹ ਜਵਾਬ ਹੋ ਗਿਆ। ਤੁਸੀਂ ਇਹਦੀ ਡਿਟੇਲ 'ਚ ਵੀ ਜਾਣਾ ਹੈ, ਚਲੋ ਮੈਂ ਤੁਹਾਨੂੰ ਤੱਥ ਵੀ ਪੇਸ਼ ਕਰ ਦੂੰਗਾ ਵੀ ਕਿੰਨਾ ਪੈਸਾ ਐਡਵਰਟਾਈਜ਼ਮੈਂਟ 'ਚ ਲੱਗ ਚੁੱਕਿਆ ਜੋ ਆਪਾਂ ਐਜੂਕੇਸ਼ਨ 'ਚ ਲਾ ਸਕਦੇ ਹਾਂ। ਦੂਜੀ ਗੱਲ ਜੀ, ਮੈਂ ਤੁਹਾਨੂੰ ਪੁਰਾਣੀ ਇਤਿਹਾਸ ਦੀ ਥੋੜੀ ਜਿਹੀ ਗੱਲ ਹੈ ਵੀ ਪੰਜਾਬ ਐਜੂਕੇਸ਼ਨ 'ਚ ਹਮੇਸ਼ਾ ਅਵਲ ਨੰਬਰ ਤੇ ਰਿਹਾ ਹੈ, ਚਾਹੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਤੁਸੀਂ ਕੰਪੇਅਰ ਕਰ ਲਓ 1880-90 ਦੇ ਦਹਾਕਿਆਂ ਤੋਂ 1860 ਚੋਂ। ਸੋ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਦੀ ਲੇਟੈਸਟ ਰਿਪੋਰਟ ਦੱਸਦਾ। 2020 ਦੇ ਵਿੱਚ BBC ਨੇ ਇੱਕ ਸਰਵੇ ਕਰਾਇਆ ਸੀਗਾ, ਉਹਦੇ 'ਚ ਉਹਨਾਂ ਨੇ ਲੀਡਰਸ ਆਫ ਗ੍ਰੇਟੈਸਟ ਟਾਈਮ ਦਾ ਸਰਵੇ ਸੀਗਾ, ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਦੱਸਿਆ ਸੀਗਾ ਵੀ ਬ੍ਰਿਟਿਸ਼ ਐਜੂਕੇਸ਼ਨ ਨੇ, ਈਸਟ ਇੰਡੀਆ ਕੰਪਨੀ ਨੇ ਮਹਾਰਾਜਾ ਰਣਜੀਤ ਸਿੰਘ ਨੇ ਲਾਗੂ ਕੀਤਾ ਸੀ, ਉਹ ਬ੍ਰਿਟਿਸ਼ ਸਿਸਟਮ ਨਾਲੋਂ ਕਿਤੇ ਹੀ ਵਧੀਆ ਸਿਸਟਮ ਸੀਗਾ। ਸੋ ਜੋ ਅੱਜ ਆਪਾਂ ਮਤਲਬ ਹੁਬ ਕੇ ਦੱਸ ਰਹੇ ਹਾਂ ਵੀ ਅਸੀਂ ਬ੍ਰਿਟਿਸ਼ ਤੋਂ ਨਾਲ ਕਾਉਂਸਲ ਨਾਲ ਟਾਈ ਅਪ ਕਰ ਰਹੇ ਹਾਂ, ਇੰਡੀਅਨ ਐਜੂਕੇਸ਼ਨ ਸਿਸਟਮ ਆਪਣਾ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਤੋਂ ਕਿਤੇ ਹੀ ਬੈਟਰ ਹੈ ਜੀ। ਤਾਂ ਹੀ ਆਪਣੇ ਡਾਕਟਰਸ ਇੰਜੀਨੀਅਰ ਸਾਰੀ ਦੁਨੀਆ 'ਚ ਜਾ ਕੇ ਮੇਨ ਕੰਪਨੀਆਂ ਨੂੰ ਹੈਡ ਕਰ ਰਹੇ ਆ, ਕਿਉਂਕਿ ਇੰਡੀਅਨ ਐਜੂਕੇਸ਼ਨ ਸਿਸਟਮ ਚਾਹੇ ਉਹ ਇੰਗਲਿਸ਼ 'ਚ ਲਾ ਲਓ ਚਾਹੇ ਹੋਰ ਸਬਜੈਕਟ 'ਚ ਲਾ ਲਓ, ਉਹ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰ ਰਹੇ ਆ, ਉਹ ਉਸ ਤੋਂ ਬਹੁਤ ਬੈਟਰ ਹੈ। ਸੋ ਆਪਾਂ ਨੂੰ ਆਪਦਾ ਸਿਸਟਮ ਨੂੰ ਹੀ ਹੋਰ ਬਿਹਤਰ ਕਰਨਾ ਚਾਹੀਦਾ ਹੈ, ਤਬਦੀਲੀ ਆਉਣੀ ਚਾਹੀਦੀ ਹੈ ਦਿਨ ਪਰ ਦਿਨ। ਪਰ ਆਪਾਂ ਨੂੰ ਕੋਈ ਬ੍ਰਿਟਿਸ਼ ਨਾਲ ਕਾਉਂਸਲ ਨਾਲ ਕੋਈ ਟਾਈ ਅਪ ਕਰਕੇ ਇਹ ਕੋਈ ਐਡਵਰਟਾਈਜ਼ਮੈਂਟ ਦਾ ਸਿਸਟਮ ਨਹੀਂ ਬਣਾਉਣਾ ਚਾਹੀਦਾ ਵੀ ਆਪਾਂ ਕੋਈ ਬਹੁਤ ਵੱਡੀ ਮੱਲ ਮਾਰ ਲਈ ਹੈ। ਆਪਾਂ ਜੋ ਫੰਡਸ ਐਲੋਕੇਟ ਕਰਨੇ ਆ ਉਹ ਐਲੋਕੇਟ ਕਰਕੇ ਆਪਦੇ ਹੀ ਸਿਸਟਮ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ, ਕਿਉਂਕਿ ਐਜੂਕੇਸ਼ਨ ਦੇ ਵਿੱਚ ਦਿਨ ਪਰ ਦਿਨ ਤਬਦੀਲੀ ਆਉਣੀ ਲਾਜ਼ਮੀ ਹੈ। ਠੀਕ ਹੈ, ਠੀਕ ਹੈ। ਉਮਾ ਜੀ, ਜੇਕਰ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੋਵੇ, ਜੇ ਤੁਹਾਡਾ ਤਕਨੀਕੀ ਪ੍ਰੋਬਲਮ ਖਤਮ ਹੋ ਗਈ ਹੋਵੇ ਤਾਂ ਉਹਦੇ ਵਿੱਚ ਇਹ ਦੱਸਿਓ। ਮੈਂ ਫਿਰ ਦੁਬਾਰਾ ਇਹੀ ਤੁਹਾਨੂੰ ਸਵਾਲ ਪੁੱਛਦਾ ਕਿ ਜਿਹੜੇ ਖਾਸ ਤੌਰ ਤੇ ਹਾਇਰ ਐਜੂਕੇਸ਼ਨ ਬਾਰੇ ਤਾਂ ਗੱਲ ਆਪਣੇ ਭੀਮਿੰਦਰ ਜੀ ਨੇ ਕਰ ਲਿੱਤੀ ਹੈ, ਤੇ ਤੁਸੀਂ ਜਿਹੜੇ ਆਪਣੇ ਸਕੂਲ ਨੇ, ਸਕੂਲਾਂ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਹੈ ਉਸ ਨੂੰ ਸੁਧਾਰਨ ਦੀ ਵੀ ਜਿਹੜੀ ਸਰਕਾਰ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਹੈ ਉਹ ਕਾਫੀ ਨੇ, ਕਿ ਹੋਰ ਉਹਨਾਂ ਦੇ ਵਿੱਚ ਹੋਰ ਯਤਨ ਕਰਨ ਦੀ ਵੀ ਜ਼ਰੂਰਤ ਹੈ? ਹਾਂਜੀ ਸਰ, ਮੇਰੀ ਆਵਾਜ਼ ਆ ਰਹੀ ਜੀ ਹੁਣ? ਆ ਰਹੀ ਜੀ, ਆ ਰਹੀ। ਹੈਲੋ, ਆ ਰਹੀ ਹੈ, ਠੀਕ ਸਰ। ਤੇ ਸਭ ਤੋਂ ਪਹਿਲੀ ਗੱਲ ਹੈ, ਹਾਂਜੀ, ਸਭ ਤੋਂ ਪਹਿਲੀ ਗੱਲ ਕਿ ਅੱਜ ਦਾ ਜਿਹੜਾ ਵੀ ਡਿਸਕਸ਼ਨ ਦੇ ਲਈ ਮੁੱਦਾ ਲਿਆ ਗਿਆ ਬਹੁਤ ਹੀ ਵਧੀਆ, ਮੈਂ ਤਾਂ ਕਹਾਂਗਾ ਕਿ ਕਾਬਲੇ ਤਾਰੀਫ ਮੁੱਦਾ ਵਾ, ਕਿਉਂਕਿ ਜਦੋਂ ਵੀ ਮੈਂ ਪਿਛਲੇ 22 ਸਾਲ ਤੋਂ ਐਜੂਕੇਸ਼ਨ ਦੇ ਵਿੱਚ ਟੀਚ ਕਰ ਰਿਹਾ ਬਤੌਰ ਲੈਕਚਰਰ ਪੋਲੀਟੀਕਲ ਸਾਇੰਸ ਟੀਚ, ਤੇ ਮੈਂ ਆਪਣੇ ਸਮੇਂ ਦਰਮਿਆਨ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਮੈਂ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਗੱਲ ਕਰਾਂਗਾ, ਕਿਉਂਕਿ ਮੈਂ ਆਪਣੇ ਸਮੇਂ 'ਚ 22 ਸਾਲ ਦੇ ਸਮੇਂ ਦਰਮਿਆਨ ਤਕਰੀਬਨ 3-4 ਸਰਕਾਰਾਂ ਨੂੰ ਮੈਂ ਦੇਖਿਆ ਨੇ ਵੱਖ-ਵੱਖ ਸਕੂਲ ਐਜੂਕੇਸ਼ਨ ਦੇ ਡਿਵੈਲਪਮੈਂਟ ਲਈ ਕੰਮ ਕੀਤਾ, ਤੇ ਅੱਜ ਤੱਕ ਵੀ ਮੈਂ ਤਕਰੀਬਨ, ਮੇਰਾ ਵਿਸ਼ਾ ਵੀ ਇਹੋ ਹੀ ਆ, ਅੱਜ ਤੱਕ ਵੀ ਮੈਂ ਕਿਸੇ ਪਾਰਟੀ ਨੂੰ ਨਹੀਂ ਦੇਖਿਆ ਕਿ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਫਸਟ ਟੌਪ ਮੋਸਟ ਪ੍ਰਾਇੋਰਟੀ ਜਿਹੜੀ ਹੈ ਐਜੂਕੇਸ਼ਨ ਦਿੱਤੀ ਹੋਵੇ। ਇਹ ਵੱਖਰੀ ਗੱਲ ਆ ਕਿ ਐਜੂਕੇਸ਼ਨ ਦਾ ਡਿਵੈਲਪਮੈਂਟ ਸਾਰੀਆਂ ਸਰਕਾਰਾਂ ਦੀ ਪ੍ਰਾਇੋਰਟੀ ਹੁੰਦੀ ਆ। ਸੋ ਮੈਂ ਸਭ ਤੋਂ ਪਹਿਲੀ ਗੱਲ ਕਿ ਜੇਕਰ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਤਾਂ ਇਹਨਾਂ ਨੇ ਟੌਪ ਮੋਸਟ ਪ੍ਰਾਇੋਰਟੀ ਜਿਹੜੀ ਆ ਉਹ ਐਜੂਕੇਸ਼ਨ ਨੂੰ ਜ਼ਰੂਰ ਦਿੱਤੀ ਹੈ, ਐਜੂਕੇਸ਼ਨ ਨੂੰ ਦਿੱਤੀ ਹੈ, ਹੈਲਥ ਨੂੰ ਦਿੱਤੀ ਹੈ, ਤੇ ਉਹਦੇ ਲਈ ਪਿਛਲੇ 1.5 ਸਾਲ ਦੌਰਾਨ ਮੈਂ ਦੇਖ ਰਿਹਾ ਲਗਾਤਾਰ, ਜੇਕਰ ਮੇਰੇ ਕੋਲ ਮੌਜੂਦਾ ਮੇਰੇ ਸਾਹਮਣੇ ਹੀ ਇਹ ਚੋਣ ਮੈਨੂੰ ਪਿਆ ਵੀ ਹੋਇਆ ਵਾ, ਮੈਂ ਦਿਖਾ ਵੀ ਰਿਹਾ ਵਾਂ ਆਪ ਜੀ ਨੂੰ, ਇਹਦੇ ਵਿੱਚ ਐਜੂਕੇਸ਼ਨ ਨਾਲ ਸੰਬੰਧਿਤ ਸਾਰਾ ਕੁਝ ਲਿਖਿਆ ਹੋਇਆ ਵਾ, ਤੇ ਉਹਦੇ ਵਿੱਚ ਜਿਹੜਾ ਮੈਂ ਅਬਜ਼ਰਵ ਕਰ ਰਿਹਾ ਕਿ 1.5 ਸਾਲ ਦੇ ਸਮੇਂ ਦਰਮਿਆਨ ਹੀ ਐਜੂਕੇਸ਼ਨ ਪਾਲਿਸੀ ਜਿਹੜੀਆਂ ਮੈਨੀਫੈਸਟੋ 'ਚ ਲਿਖੀਆਂ ਹੋਈਆਂ ਉਹਨੂੰ ਲਾਗੂ ਕਰਨ ਦੇ ਲਈ ਮੌਜੂਦਾ ਸਰਕਾਰ ਕੰਮ ਕਰ ਰਹੀ ਹੈ। ਸੋ ਦਿਸ ਇਜ਼ ਦਾ ਬਿਗਨਿੰਗ, ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਬਹੁਤ ਕੁਝ ਗਰਾਊਂਡ ਲੈਵਲ ਤੇ ਕਰਨ ਦੀ ਲੋੜ ਸੀ। ਤੇ ਉਸੇ ਤਹਿਤ ਜੇਕਰ ਅਸੀਂ ਦਿੱਲੀ ਮਾਡਲ ਦੀ ਗੱਲ ਕਰੀਏ ਤਾਂ ਮੈਂ ਦਿੱਲੀ ਦੀ ਗੱਲ ਕਰਦਾ ਹੀ ਨਹੀਂ, ਮੈਂ ਪੰਜਾਬ ਦੀ ਗੱਲ ਕਰਾਂਗਾ ਜਿੱਥੇ ਮੈਂ ਪੜ੍ਹਾ ਰਿਹਾ, ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ, ਤੇ ਉਹਦੇ ਲਈ ਮੈਂ ਕਹਿ ਰਿਹਾ ਵਾਂ ਕਿ 2-4 ਜਿਹੜੇ ਸਟੈਪ ਲਏ ਗਏ ਹਨ ਸਟਾਰਟਿੰਗ ਦੇ ਵਿੱਚ, ਮੈਨੂੰ ਬੜੀ ਵਧੀਆ ਖਾਸ ਤੌਰ ਤੇ ਮੈਨੂੰ ਸਭ ਤੋਂ ਵਧੀਆ ਗੱਲ ਲੱਗ ਰਹੀ ਆ ਕਿ ਸਕੂਲਾਂ ਦੇ ਇਨਫਰਾਸਟਰਕਚਰ ਦੇ ਡਿਵੈਲਪਮੈਂਟ ਲਈ ਗਵਰਨਮੈਂਟ ਸੰਜੀਦਾ ਹੋ ਗਈ ਆ। ਦੂਸਰੀ ਗੱਲ, ਜੇਕਰ ਸਾਡੇ ਸਕੂਲਾਂ ਦੇ ਵਿੱਚ ਤਕਰੀਬਨ 38,000 ਦੇ ਕਰੀਬ ਵੈਕੈਂਸੀਆਂ ਖਾਲੀ ਸੀ, ਜਿਨ੍ਹਾਂ ਨੂੰ ਹੌਲੀ-ਹੌਲੀ ਹੁਣ ਸਰਕਾਰ ਵੱਲੋਂ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਤੀਸਰੀ ਗੱਲ, ਸਾਡੇ ਪੰਜਾਬ ਦੇ ਵਿੱਚ ਹੁਣ ਤੱਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਜਿੰਨੇ ਵੀ ਐਗਜ਼ਾਮ ਹੋਏ ਆ, ਬਹੁਤ ਘੱਟ ਵਿਦਿਆਰਥੀ ਜਿਹੜੇ ਸੀ ਇਹਦੇ ਵਿੱਚ ਰਿਪਰੈਜ਼ੈਂਟ ਕਰਦੇ ਸੀ, ਆਉਂਦੇ ਸੀ। ਸੋ ਮੈਨੂੰ ਇਹ ਵੀ ਸਟੈਪ ਬੜਾ ਵਧੀਆ ਲੱਗ ਰਿਹਾ
ਕਿ 8 ਸੈਂਟਰ ਖੋਲੇ ਜਾ ਰਹੇ ਹਨ। ਪੰਜਾਬ ਦੇ ਵਿਦਿਆਰਥੀ ਜਿਹੜੇ ਕਿ IAS IPS IFS ਅਫਸਰ ਬਣ ਗਏ, ਇਹ ਬੜੀ ਵਧੀਆ ਗੱਲ ਹੈ। ਜਿੱਥੋਂ ਤੱਕ ਬ੍ਰਿਟਿਸ਼ ਕਾਉਂਸਲ ਦੀ ਗੱਲ ਹੈ, ਉਹਦੇ ਨਾਲ MOU ਜੋ ਹੋਇਆ ਵਾ, ਉਹਦੇ ਲਈ ਉਹ ਵੀ ਇੱਕ ਕਾਬਲੇ ਤਾਰੀਫ ਮੈਂ ਕਹਾਂਗਾ ਸਟੈਪ ਹੈ। ਕਿਉਂਕਿ ਅੰਗਰੇਜ਼ੀ ਸਾਡੀ ਇੰਟਰਨੈਸ਼ਨਲ ਲੈਂਗੁਏਜ ਆ, ਤੇ ਉਹਦੇ ਲਈ ਜੇਕਰ ਸਾਡੇ ਬੱਚੇ, ਮੈਂ ਦੇਖਦਾ ਵਾਂ ਕਿ +2 ਕਰਨ ਤੋਂ ਬਾਅਦ, ਠੀਕ ਹੈ, ਸਾਡੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਜਿਹੜਾ ਵਾ ਇੱਕ ਸਬਜੈਕਟ ਦੇ ਤੌਰ ਤੇ ਟੀਚ ਕੀਤਾ ਜਾਂਦਾ, ਪਰ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਹਊਆ ਬਣ ਗਿਆ ਕਿ +2 ਕਰਨ ਤੋਂ ਬਾਅਦ ਅਸੀਂ IELTS ਕਰਕੇ ਵਾ PT ਕਰਨਾ ਵਾ, ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਲਈ ਭੱਜਦੇ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਜੇਕਰ ਇਹਨੂੰ ਪੂਰੀ ਤਰ੍ਹਾਂ ਕੰਪਲੀਟਲੀ ਲਾਗੂ ਕਰ ਦਿੱਤਾ ਜਾਂਦਾ ਵਾ, ਜਿਹੜਾ MOU ਜਿਹੜਾ ਸਾਈਨ ਕੀਤਾ ਵਾ, ਤੇ ਮੇਰੇ ਖਿਆਲ 'ਚ ਬਹੁਤ ਸਾਰੇ ਬੱਚੇ ਜਿਹੜਾ ਵਾ ਇਹਨਾਂ ਦਾ ਜਿਹੜਾ ਹੋਊਗਾ ਅੰਗਰੇਜ਼ੀ ਦਾ ਉਹ ਵੀ ਨਿਕਲ ਜਾਵੇਗਾ। ਉਸ ਤੋਂ ਇਲਾਵਾ ਇੱਕ ਗੱਲ ਹੋਰ ਜਿਹੜੀ ਮੈਂ ਸਾਂਝੀ ਕਰਨੀ ਚਾਹਾਂਗਾ, ਸਕੂਲਾਂ ਦੇ ਵਿੱਚ ਸਾਡੇ ਬਤੌਰ ਪ੍ਰਿੰਸੀਪਲ ਜਿਹੜੇ ਕੰਮ ਕਰ ਰਹੇ ਹਨ, ਇਹ ਠੀਕ ਆ, ਸਕੂਲਾਂ ਵਿੱਚ ਬਹੁਤ ਸਾਰੇ ਕੰਮ ਹਨ, ਬਹੁਤ ਜ਼ਿਆਦਾ ਕੰਮ ਹਨ, ਜਿਹਦੇ ਵਿੱਚ ਸਾਨੂੰ ਬਹੁਤ ਸਾਰੇ ਕਈ ਵਾਰ ਗੈਰ ਵਿਦਿਅਕ ਕੰਮ ਵੀ ਕਰਨੇ ਪੈਂਦੇ ਹਨ। ਤੇ ਉਹਦੇ ਲਈ ਇੱਕ ਬੜਾ ਵੱਡਾ ਸਟੈਪ ਇਹ ਲਿਆ ਜਾ ਰਿਹਾ ਵਾ ਕਿ ਸਕੂਲ ਮੈਨੇਜਰ ਭਰਤੀ ਕੀਤੇ ਜਾ ਰਹੇ ਹਨ। ਮੈਂ ਦੇਖਿਆ ਐਡਵਰਟਾਈਜ਼ਮੈਂਟ ਵੀ ਆ ਗਈ ਹੈ, तो ਸਕੂਲ ਦੇ ਡਿਵੈਲਪਮੈਂਟ ਦੇ ਲਈ, ਸਕੂਲ ਦੇ ਵਿਕਾਸ ਦੇ ਲਈ ਉਹ ਇੱਕ ਤਰ੍ਹਾਂ ਦੇ ਐਜ ਏ ਹੈਲਪਰ ਪ੍ਰਿੰਸੀਪਲ ਦੇ ਨਾਲ ਕੰਮ ਕਰਨਗੇ। ਥੋੜਾ ਪ੍ਰਿੰਸੀਪਲ ਦਾ ਬੋਝ ਵੀ ਘਟੇਗਾ। ਜਿਹੜੇ ਟੀਚਰ ਜਿਹੜੇ ਇਨਵੋਲਵ ਹੁੰਦੇ ਸੀ ਗੈਰ ਵਿਦਿਅਕ ਕੰਮਾਂ ਦੇ ਵਿੱਚ, ਉਹ ਵੀ ਘਟ ਜਾਣਗੇ। ਸੋ ਮੈਂ ਸਮਝਦਾ ਵਾਂ ਕਿ ਇਹ ਜਿਹੜੀ ਸ਼ੁਰੂਆਤ ਹੋਈ ਆ, ਬੜੀ ਵਧੀਆ ਸ਼ੁਰੂਆਤ ਵਾ। ਇਹ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਦੀ ਤੇ ਸਾਡੇ ਜਿਹੜੇ ਸਿੱਖਿਆ ਮੰਤਰੀ ਹਨ। ਭੂਮਾ ਜੀ ਠੀਕ ਹੈ, ਅਸੀਂ ਰਾਮੂਵਾਲੀ ਜੀ ਕੋਲ ਇੱਕ ਵਾਰ ਫੇਰ ਜਾਂਦੇ ਆ। ਰਾਮੂਵਾਲੀ ਜੀ, ਤੁਸੀਂ ਮਲਹੋਤਰਾ ਜੀ ਦੀ ਵੀ ਗੱਲਬਾਤ ਸੁਣੀ ਹੈ ਤੇ ਦੂਜੇ ਪਾਸੇ ਜਸ਼ਨ ਚਹਿਲ ਉਹਨਾਂ ਦੀ ਵੀ ਗੱਲ ਸੁਣੀ ਹੈ। ਤੇ ਜਸ਼ਨ ਚਹਿਲ ਹੋਣੇ ਤਾਂ ਇਹ ਕਹਿ ਰਹੇ ਨੇ ਕਿ ਜਿਹੜੀ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਆ, ਉਹਨਾਂ ਵੱਲੋਂ ਜਿਹੜੇ ਐਲਾਨ ਕੀਤੇ ਜਾ ਰਹੇ ਉਹ ਸ਼ੋਸ਼ੇਬਾਜ਼ੀ ਹੈ। ਤੁਸੀਂ ਜਿਹੜਾ ਹੋਰ ਜੋ ਕੁਝ ਵੀ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜਾ ਪ੍ਰਾਇਮਰੀ ਜਾਂ ਹੈਗਾ, ਆਪਾਂ ਕਹਿ ਸਕਦੇ ਹਾਇਰ ਸੈਕੰਡਰੀ ਜਾਂ ਆਪਾਂ ਉੱਚ ਜਿਹੜੇ ਸਕੂਲ ਹੈ, ਉੱਥੇ ਦੇ ਬੁਨਿਆਦੀ ਢਾਂਚੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? मैं सरदार गणेश सिंह भूमा जी नाल सहमत बिल्कुल नहीं। और पहले मैं दस दवा क्योंकि ये ज्यादा ही कर गए, इन्ना कुछ नहीं होया। बिल्कुल साडे बच्चों नूं बाथरूम नहीं हैगे, इन्हां नूं विजिट करनी चाहिए सरकारी स्कूलों दे विच। साडियां बच्चियां कोले बाथरूम नहीं हैगे, बैठण लई कोई टेबल नहीं हैगे, कुर्सी टेबल नहीं हैगा। ਅਸੀਂ ਕਹਿ ਰਹੇ ਹਾਂ ਕਿ ਸਰਕਾਰੀ ਸਕੂਲਾਂ ਦਾ ਸਟੈਂਡਰਡ ਤੇ ਉਹਨਾਂ ਦੇ ਪੱਧਰ, ਵਿਦਿਅਕ ਪੱਧਰ ਅਸੀਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ 'ਚ ਕਰਾਂਗੇ ਤਾਂ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਪੈਣਾ ਕਿ ਅਸੀਂ ਇਹ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਦਾ ਪੱਧਰ ਆ ਉਹਨੂੰ ਤਾਂ ਚੁੱਕੀਏ ਤਾਂ ਕਿ ਲੋਕ ਖਾਸ ਕਰਕੇ ਪਿੰਡਾਂ 'ਚੋਂ ਆਸ-ਪਾਸ ਦੇ ਸਕੂਲਾਂ ਵਿੱਚ ਬੱਚੇ ਨਾ ਭੇਜਣ। ਦੂਜੀ ਗੱਲ ਮੈਂ ਇਹ ਜਸ਼ਨ ਜੀ ਸਹੀ ਕਹਿੰਦੇ ਆ ਕਿ आम आदमी पार्टी ਨੂੰ ड्रामा ਕਰਨ ਦੀ ਆਦਤ ਆ और ਹੁਣ ਇਹ ਐਡਵਰਟਾਈਜ਼ਮੈਂਟ ਕਰਨਗੇ ਕਿ ਅਸੀਂ ਜੀ ਇੰਨੇ ਸਕੂਲ, ਅਸੀਂ ਇੰਨੇ ਟੀਚਰ ਲਿਆਂਦੇ ਅੰਗਰੇਜ਼ੀ ਚ ਪੜਾਉਣ ਵਾਲੇ। ਮੇਰੇ 2-3 ਸਵਾਲ ਆ ਕਿ ਜਿਹੜੇ ਸਾਡੇ ਬੇਰੁਜ਼ਗਾਰ ਬੱਚੇ ਫਿਰਦੇ ਆ ਉਹਨਾਂ ਤੇ ਲਾਠੀ ਚਾਰਜ ਕਰਦੇ ਹੋ ਤੇ ਵਿਦੇਸ਼ਾਂ ਚ ਟੀਚਰ ਮੰਗਾਉਂਦੇ ਆ, ਔਰ ਜਿਹੜੇ ਪੇ ਕਰਨਗੇ, ਜਿਹੜੇ ਸਾਡੇ ਐਡਹੌਕ ਦੇ ਉੱਤੇ ਸਟੂਡੈਂਟ ਜਿਹੜੇ टीचर हायर किए जाते हैं, उन्होंने 8000 तो तनख्वाह शुरू होंगी है। और मैनू ये दसन कि जेडे ब्रिटिश तो आउणगे उन्होंने पौंडा विच कितनी तनख्वाह देणगे, ये कित्थे तुसीं देखो कित्थे जाके खड़नी है। और फिर पंजाब दा खर्चा वधूगा। अगे भी इन्होंने आपदे रिश्तेदारां नूं सिंगापुर घुमाउण लई भेजिया, होर कोई बहुती वड्डी गल नहीं होई। और मैनू दसो भी जेडे प्रिंसीपल उत्थों पढ़ के आए सीगे, ट्रेनिंग लैके आए सी, उन्हां ने की स्वार्थ आ साडे लोकां दा ਇਹ ਦੱਸਣ। ਦੂਜੀ ਗੱਲ ਇਹ ਹੈ ਕਿ ਅਸੀਂ ਬ੍ਰਿਟਿਸ਼ ਤੋਂ ਬੰਦੇ ਮੰਗਵਾ ਕੇ ਪੜਾਉਣ ਲਈ ਅਸੀਂ ਆਇਲਸ ਦਾ ਰਾਹ ਪੱਧਰਾ ਕਰ ਰਹੇ ਹਾਂ ਤਾਂ ਕਿ ਸਾਡੇ ਬੱਚੇ ਹੋਰ ਵਿਦੇਸ਼ਾਂ ਨੂੰ ਭੱਜ ਜਾਣ ਔਰ ਅਸੀਂ ਇੱਥੇ ਖਾਲੀ ਹੋ ਜਾਈਏ। ਮੈਂ ਪਿੱਛੇ ਨੇ ਗੱਲ ਕੀਤੀ ਸੀਗੀ ਕਿ ਸਾਡਾ ਕੋਈ ਰੈਂਕ ਉੱਚਾ ਨਹੀਂ ਹੋਇਆ। ਇਹਨੂੰ ਚੰਗੀ ਤਰ੍ਹਾਂ ਸਮਝਾ ਦੇਵਾਂ ਮਲਹੋਤਰਾ ਜੀ ਨੂੰ ਕਿ ਮਲਹੋਤਰਾ ਜੀ, ਜਿੰਨੀਆਂ ਯੂਨੀਵਰਸਿਟੀ ਆ, ਪ੍ਰਾਈਵੇਟ ਯੂਨੀਵਰਸਿਟੀ ਆ, ਉਹਨਾਂ ਵਿੱਚ ਦੂਜੀਆਂ ਸਟੇਟਾਂ ਤੋਂ ਆ ਕੇ ਸਟੂਡੈਂਟ ਐਡਮਿਸ਼ਨ ਲੈਂਦੇ ਆ। ਸਾਡੇ ਬੱਚੇ ਵਿਦੇਸ਼ ਜਾ ਰਹੇ ਆ। ਸੋ ਅਸੀਂ ਇਸ ਗਿਣਤੀ 'ਚ ਨਹੀਂ ਆ ਸਕਦੇ ਕਿ ਪੰਜਾਬ ਦੀ ਐਜੂਕੇਸ਼ਨ ਦਾ ਪੱਧਰ ਕਿੰਨਾ ਉੱਚਾ ਹੈ। ਪੰਜਾਬੀਆਂ ਨੂੰ ਤਾਂ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ। ਮੇਰਾ ਆਪਣੇ ਲੋਕਾਂ ਨਾਲ ਐਕਸਪੀਰੀਅੰਸ ਆ, ਮੈਂ ਆਪ ਵੀ ਇਸ ਐਕਸਪੀਰੀਅੰਸ ਦਾ ਦੱਸ ਰਹੀ ਹਾਂ ਕਿ ਤੁਸੀਂ ਕਿਸੇ ਪਿੰਡ ਚਲੇ ਜਾਓ, 9ਵੀਂ 10ਵੀਂ ਤੇ 11ਵੀਂ ਦੇ ਬੱਚੇ ਨੂੰ ਕਹੋ ਐਪਲੀਕੇਸ਼ਨ ਲਿਖ, ਨਹੀਂ ਕਾਬਲ ਹੈਗੇ। ਅੰਗਰੇਜ਼ੀ ਤਾਂ ਛੱਡੋ, ਪੰਜਾਬੀ 'ਚ ਕਾਬਲ ਨਹੀਂ ਹੈ।
ਇਸ ਲਈ ਸਾਨੂੰ ਇਹ ਚਾਹੀਦਾ ਕਿ ਸਰਕਾਰੀ ਸਕੂਲਾਂ ਦਾ ਵਿਦਿਅਕ ਪੱਧਰ ਉੱਚਾ ਕਰੀਏ ਤਾਂ ਕਿ ਸਾਡੇ ਬੱਚੇ ਅਫਸਰ ਬਣ ਸਕਣ। ਔਰ ਹੈਲੋ, ਮੇਰੀ ਆਵਾਜ਼ ਆ ਰਹੀ ਹੈ ਜੀ? ਅਫਸਰ ਬਣ ਸਕਣ। ਸਾਡੇ ਬੱਚੇ ਆ ਜਿਹੜੇ ਉਹ ਆਪਦੇ ਬੇਸਿਕ ਜੀਵਨ ਪੱਧਰ ਨੂੰ ਉੱਚਾ ਚੱਕ ਸਕਣ। ਸਾਨੂੰ ਆਪਦੇ ਸਕੂਲਾਂ ਵਿੱਚ ਪੰਜਾਬ ਦਾ ਇਤਿਹਾਸ ਪੜ੍ਹਾਉਣਾ ਚਾਹੀਦਾ। ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਆ ਉਹ ਸਹੀ ਥਾਂ ਤੇ ਖਰਚਣੇ ਚਾਹੀਦੇ ਆ। ਜਿਵੇਂ ਮਾਨ ਸਰਕਾਰ ਕਰ ਰਹੀ ਆ, ਨਿਰੇ ਸ਼ੋਸ਼ੇਬਾਜ਼ੀ ਨਾਲ ਪੰਜਾਬ ਦੇ ਪੈਸੇ ਖਰਾਬ ਕਰ ਰਹੇ ਆ, ਇਹ ਬਹੁਤ ਮਾੜੀ ਗੱਲ ਆ। ਜਵਾਬ ਲੈਣੇ ਜੀ ਮਲਹੋਤਰਾ ਜੀ ਤੋਂ, ਜਿਹੜੇ ਤੁਸੀਂ ਸਵਾਲ ਉਠਾਏ ਨੇ। ਮਲਹੋਤਰਾ ਜੀ ਦਿਓ ਜਵਾਬ ਤੁਸੀਂ ਰਾਮੂਵਾਲੀਆ ਜੀ ਨੇ ਜਿਹੜੇ ਸਵਾਲ ਕੀਤੇ ਆ। ਦੇਖੋ ਦਰਸ਼ਨ ਜੀ, ਮੈਡਮ ਰਾਮੂਵਾਲੀਆ ਨੇ ਦੋ ਗੱਲਾਂ ਤਾਂ ਬੜੇ ਜ਼ੋਰ ਦੇ ਕੇ ਕਹੀਆਂ ਕਿ ਬਈ ਸਾਡੇ ਸਕੂਲਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਐਪਲੀਕੇਸ਼ਨ ਨਹੀਂ ਲਿਖ ਸਕਦੇ। ਫਿਰ ਇਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਬਾਥਰੂਮ ਨਹੀਂ ਹੈਗੇ, ਬੈਂਚਸ ਨਹੀਂ ਹੈਗੇ, ਹੋਰ ਇਨਫਰਾਸਟ੍ਰਕਚਰ ਨਹੀਂ ਹੈਗਾ। ਇਸ ਤੋਂ ਕੀ ਸਿੱਧ ਹੁੰਦਾ? ਇਸ ਤੋਂ ਇਹ ਸਿੱਧ ਹੁੰਦਾ ਨਾ ਕਿ ਪੁਰਾਣੀਆਂ ਸਰਕਾਰਾਂ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਸੀ ਉਹ ਨਖਿੱਧ ਸੀਗੀ। ਉਹਨਾਂ ਨੇ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਕੋਈ ਪੈਸਾ ਨਹੀਂ ਲਾਇਆ, ਕੋਈ ਸਟੈਂਡਰਡ ਨਹੀਂ ਮੇਨਟੇਨ ਕੀਤਾ। ਇਹ ਸਿੱਧ ਹੁੰਦਾ ਕਿ ਨਹੀਂ ਹੁੰਦਾ? ਇਹ ਪਿਛਲੇ 1 ਸਾਲ ਵਿੱਚ ਤਾਂ ਨਹੀਂ ਨਾ ਹੋਇਆ। ਇਹ ਪਹਿਲਾਂ ਤੋਂ ਹੀ ਜੋ ਹੈ ਉਸੇ ਦਾ ਹੀ ਰਿਜ਼ਲਟ ਹੈ। ਪਲੀਜ਼ ਮੈਡਮ, ਨਹੀਂ ਪਲੀਜ਼ ਹੁਣ ਸੁਣ ਲਓ, ਮੈਂ ਤੁਹਾਡੀ ਵਾਰੀ 'ਚ ਨਹੀਂ ਬੋਲਿਆ, ਸੋ ਇਹ ਇਸ ਤੋਂ ਕਲੀਅਰ ਹੋ ਜਾਂਦਾ ਕਿ ਜਿਹੜਾ ਇਹਨਾਂ ਨੇ ਸਰਵੇ ਵੀ ਕਰਵਾਇਆ ਸੀਗਾ, ਮੋਦੀ ਕੈਪਟਨ ਸਰਵੇ, ਜਿਹਦੇ ਨਾਲ ਕਹਿੰਦੇ ਸੀ ਪੰਜਾਬ ਦੇ ਸਕੂਲ ਜਿਹੜੇ ਆ ਸਾਰੇ ਦੇਸ਼ 'ਚ ਨੰਬਰ 1 ਆ, ਉਹਦੀ ਕੀ ਅਸਲੀਅਤ ਸੀ ਇਸ ਤੋਂ ਉਹਦਾ ਵੀ ਕਲੀਅਰ ਹੋ ਜਾਂਦਾ ਹੈਗਾ। ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਕੋਈ ਵੀ ਵਿਅਕਤੀ ਜਿਹੜਾ ਗਰੀਬ ਤੋਂ ਗਰੀਬ ਵੀ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਨਹੀਂ ਸੀ ਪਾਉਂਦਾ, ਚਾਹੇ ਅੱਧੀ ਰੋਟੀ ਖਾਣੀ ਪਏ, ਉਹ ਕਹਿੰਦਾ ਸੀ ਪ੍ਰਾਈਵੇਟ 'ਚ ਪਾਈਏ, ਇੱਕ ਬੱਚਾ ਕੁਝ ਸਿੱਖ ਕੇ ਆਏ। ਸੋ ਜੋ ਹਾਲ ਸੀ ਪੰਜਾਬ ਦੇ ਸਕੂਲਾਂ ਦਾ ਉਹ ਸਾਡੇ ਸਾਹਮਣੇ ਹੈਗਾ। ਔਰ ਜਿਹੜੀ ਸਰਕਾਰ ਦਾ ਪ੍ਰਧਾਨ ਮੰਤਰੀ ਐਂਟਾਇਰ ਪੋਲੀਟੀਕਲ ਸਾਇੰਸ ਦੇ ਵਿੱਚ ਡਿਗਰੀ ਕਰਕੇ ਬੈਠਾ ਹੋਵੇ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਸੋ ਇਹ ਸਾਰਿਆਂ ਨੂੰ ਧਿਆਨ 'ਚ ਰੱਖਣ ਦੀ ਲੋੜ ਆ। ਬਾਕੀ ਜਸ਼ਨ ਜੀ ਜਿਹੜੀ ਗੱਲ ਕਹਿ ਰਹੇ ਸੀ, ਹੁਣ ਇਹਨਾਂ ਦੀ ਮਜਬੂਰੀ ਹੈ ਕਿ ਇਹਨਾਂ ਨੇ ਬਿੱਲੀ ਨੂੰ ਦੇਖਦੇ ਹੋਏ ਵੀ ਅੱਖਾਂ ਬੰਦ ਕਰਨੀਆਂ ਤਾਂ ਬੰਦ ਕਰੀ। ਜੋ ਸੱਚਾਈ ਹੈਗੀ ਹੈ ਉਹ ਲੋਕਾਂ ਦੇ ਸਾਹਮਣੇ ਹੈਗੀ ਹੈ। ਜਿਹੜਾ ਇਹ ਐਡਸ ਦਾ ਕਹਿ ਰਹੇ ਹੈ, ਜੇ ਮੰਨ ਲਓ ਇਹ ਇਹਨਾਂ ਦੇ ਹੀ ਆંકੜੇ, ਇਹਨਾਂ ਪਾਰਟੀਆਂ ਦੇ ਕਿ ਵੀ 750 ਕਰੋੜ ਰੁਪਏ ਖਰਚ ਕਰਤਾ, ਮੈਂ ਕਹਿੰਦਾ ਕਿ ਜੇ 1,96,000 ਕਰੋੜ ਚੋਂ 750 ਕਰੋੜ ਰੁਪਇਆ ਸਾਰਾ ਕੰਮ ਕਰਨ ਦੇ ਬਾਵਜੂਦ ਔਰ ਇਹ ਇੰਸ਼ੋਰ ਕਰਨ ਦੇ ਬਾਵਜੂਦ ਕਿ ਸਾਰਾ ਦਾ ਸਾਰਾ ਪੈਸਾ ਪੰਜਾਬ ਦੇ ਉੱਤੇ ਖਰਚ ਹੋਵੇ, ਕਿਉਂਕਿ ਇਹਨਾਂ ਦੀਆਂ ਸਰਕਾਰਾਂ ਤਾਂ 85% ਪੈਸਾ ਲੁੱਟ ਲਿਆ ਜਾਂਦਾ ਸੀ, ਕੰਮ ਹੁੰਦੇ ਨਹੀਂ ਸੀ, ਉਸਦੇ ਬਾਵਜੂਦ ਐਡਵਰਟਾਈਜ਼ਮੈਂਟ ਹੁੰਦੀ ਸੀ। ਅਸੀਂ ਘੱਟੋ ਘੱਟ ਕੰਮ ਤਾਂ ਕਰ ਰਹੇ ਹਾਂ, ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਔਰ ਉਹ ਪੈਸਾ ਕੰਮ ਜਿਹੜਾ ਲੋਕਾਂ ਤੱਕ ਪਹੁੰਚਣਾ ਵੀ ਬਹੁਤ ਜ਼ਰੂਰੀ ਹੈ ਔਰ ਐਡਵਰਟਾਈਜ਼ਮੈਂਟ ਵੀ ਬਹੁਤ ਜ਼ਰੂਰੀ ਹੈਗੀ ਹੈ। ਜੇ 100 ਰੁਪਇਆ ਖਰਚ ਹੁੰਦਾ ਹੈ ਤਾਂ ਉਹਦੇ ਵਿੱਚੋਂ ਜੇ 30 ਪੈਸੇ ਸਰਕਾਰ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਤੇ ਮੈਂ ਸਮਝਦਾ ਔਰ ਇਮਾਨਦਾਰੀ ਨਾਲ ਖਰਚ ਕਰਕੇ ਕਰਦੀ ਹੈ, ਗਲਤ ਨਹੀਂ ਹੈ। ਔਰ ਜਿਹੜਾ ਪਲੀਜ਼ ਮੈਨੂੰ ਕੰਪਲੀਟ ਕਰ ਲੈਣ ਦਿਓ ਪਲੀਜ਼, ਕਿਉਂਕਿ ਸਵਾਲ ਸਾਰਿਆਂ ਦੇ ਹੈਗੇ, ਮੈਨੂੰ ਸਾਰਿਆਂ ਦੇ ਜਵਾਬ ਦੇਣੇ ਪੈਣੇ ਆ। ਔਰ ਬ੍ਰਿਟਿਸ਼ ਕਾਉਂਸਲ ਦੇ ਨਾਲ ਜਿਹੜਾ ਸਮਝੌਤਾ ਹੋਇਆ ਸਰ, ਉਹ ਦੇਸ਼ ਵਿਦੇਸ਼ ਵਿੱਚ ਨੌਕਰੀਆਂ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਾਬਿਲ ਬਣਾਉਣ ਦੇ ਲਈ ਹੋਇਆ ਹੈਗਾ। ਉਹ ਕੋਈ ਪੌਂਡਾਂ 'ਚ ਤਨਖਾਹ ਨਹੀਂ ਦੇਣੀ, ਜਿਹੜੇ ਇੱਥੇ ਪੰਜਾਬ 'ਚ ਹੀ ਬੈਠੇ ਆ ਲੋਕ, ਉਹਨਾਂ ਨੇ ਹੀ ਆ ਕੇ ਟ੍ਰੇਨਿੰਗ ਦੇਣੀ ਹੈਗੀ ਹੈ। ਔਰ ਇੱਕ ਬੜਾ ਅੱਛਾ ਕਦਮ ਹੈਗਾ, ਕਿਉਂਕਿ ਨੌਕਰੀਆਂ ਜਿਹੜੀਆਂ ਸਿਰਫ ਪੰਜਾਬ ਵਿੱਚ ਹੀ ਨਹੀਂ ਮਿਲਦੀਆਂ, ਪੰਜਾਬ ਦੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਵੀ ਮਿਲਦੀਆਂ, ਦੇਸ਼ ਤੋਂ ਬਾਹਰ ਵੀ ਮਿਲਦੀਆਂ ਹੈਗੀਆਂ। ਔਰ ਇੱਥੇ ਮੈਂ ਇੱਕ ਬੜੀ ਵੱਡੀ ਯਾਨੀ ਕਿ ਇੰਪੋਰਟੈਂਟ ਗੱਲ ਕਹਿਣਾ ਚਾਹਾਂਗਾ ਕਿ ਪਿਛਲੀਆਂ ਸਰਕਾਰਾਂ ਨੇ ਰਿਸ਼ਵਤਖੋਰੀ ਨੂੰ ਧਿਆਨ 'ਚ ਰੱਖਦੇ ਹੋਏ ਇਹ ਪ੍ਰਾਈਵੇਟ ਮਾਡਲ, ਚਾਹੇ ਉਹ ਸਿਹਤ ਦੇ ਖੇਤਰ ਵਿੱਚ ਸੀ, ਚਾਹੇ ਸਿੱਖਿਆ ਦੇ ਖੇਤਰ ਵਿੱਚ ਸੀ, ਇਹ ਲਾਗੂ ਕੀਤਾ ਸੀ। ਔਰ ਖਾਸ ਕਰ ਉਹ ਚਾਹੁੰਦੇ ਸੀ ਕਿ ਦੇਸ਼ ਦੇ ਆਮ ਲੋਕ ਜਿਹੜੇ ਨੇ ਉਹ ਪੜ੍ਹ ਲਿਖ ਕੇ ਸਮਝਦਾਰ, ਗਿਆਨਵਾਨ ਨਾ ਹੋਣ। ਇਹ ਠੀਕ ਹੈ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਕਾਫੀ ਯਤਨ ਕਰ ਰਹੀ ਹੈ ਤੇ ਉਹਨਾਂ ਯਤਨਾਂ ਦੇ ਨਾਲ ਹੈਗਾ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਸਿੱਖਿਆ ਦਾ, ਵਧੀਆ ਸਿੱਖਿਆ ਦਾ, ਗੁਣਵੱਤਾ ਵਾਲੀ ਸਿੱਖਿਆ ਦਾ ਮਾਹੌਲ ਵੀ ਬਣ ਰਿਹਾ ਹੈ। ਪਰ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੈ, ਤਾਂ ਹੀ ਜਿਹੜਾ ਹੈਗਾ ਕਿਸੇ ਸਮੇਂ ਤਾਂ ਇਹ ਸੀਗਾ ਕਿ ਪੰਜਾਬ ਦਾ ਮਾਹੌਲ ਹੀ ਜਿਹੜਾ ਐਜੂਕੇਸ਼ਨ ਵਾਸਤੇ ਵਧੀਆ ਨਹੀਂ ਸੀਗਾ। ਤੇ ਖਾਸ ਤੌਰ ਤੇ ਦੇਖੋ ਜਿਹੜੀਆਂ ਚਾਹੇ ਕਾਂਗਰਸ ਸਰਕਾਰ ਆ ਚਾਹੇ ਉਹ ਅਕਾਲੀ ਸਰਕਾਰ ਆ, ਉਹਨਾਂ ਦੀ ਵੀ ਕੰਟਰੀਬਿਊਸ਼ਨ ਹੈ। ਇਹ ਨਹੀਂ ਹੈਗਾ, ਤੁਸੀਂ ਜਿਹੜੀ ਆਮ ਆਦਮੀ ਪਾਰਟੀ ਇਸ ਗੱਲ ਨੂੰ ਬਿਲਕੁਲ ਨਕਾਰ ਨਹੀਂ ਸਕਦੀ ਹੈਗੀ। ਤੇ ਪਰ ਇਹ ਹੈ ਕਿ ਅੱਜ ਇਹ
ਵਧੀਆ ਕੰਮ ਕਰ ਵੀ ਰਹੀ ਹੈ ਤੇ ਇਸ ਗੱਲ ਦਾ ਸਵਾਗਤ ਵੀ ਹੋਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ, ਸਾਡੀ ਐਜੂਕੇਸ਼ਨ ਸਿਸਟਮ ਹੈ, ਇਹ ਸੱਚਮੁੱਚ ਹੀ ਵਧੀਆ ਹੋਣਾ ਚਾਹੀਦਾ ਤਾਂ ਜੋ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹ ਨਾ ਜਾਣ, ਪੰਜਾਬ ਵਿੱਚ ਟਿਕਣ, ਪੰਜਾਬ ਵਿੱਚ ਚੰਗੇ ਜੌਬ ਹਾਸਲ ਕਰਨ, ਜਾਂ ਜਿਹੜੀਆਂ ਵੱਡੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਮੁਕਾਬਲੇ ਦੇ ਵਿੱਚ ਵੱਡੇ ਵੱਡੇ ਜਿਹੜੇ ਹੈਗਾ ਪ੍ਰਾਪਤੀਆਂ ਹਾਸਲ ਕਰਨ। ਤੇ ਇਹੀ ਸਾਡੀ ਜਿਹੜੀ ਹੈਗੀ ਹੈ ਇੱਛਾ ਵੀ ਹੈ, ਸਾਡੀ ਅਰਦਾਸ ਵੀ ਹੈ ਕਿ ਇਹ ਕੁਛ ਹੋਣਾ ਚਾਹੀਦਾ ਹੈ। ਜਿਹੜਾ ਹੈਗਾ ਭੀਮਿੰਦਰ ਜੀ, ਉਮਾ ਜੀ, ਮਲਹੋਤਰਾ ਜੀ, ਰਾਮੂਵਾਲੀਆ ਜੀ, ਚਹਿਲ ਸਾਹਿਬ, ਤੁਸੀਂ ਇਸ ਚਰਚਾ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਚਰਚਾ ਵਿੱਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਅੱਗੇ ਇਸ ਨੂੰ ਖੁੰਡ ਚਰਚਾ ਬਣਾਉਂਦੇ ਨੇ। ਕੱਲ ਨੂੰ ਕਿਸੇ ਨਵੇਂ ਵਿਸ਼ੇ ਨਾਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚਰਚਾ।